Vai, guru, 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 vai, guru. गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारे हो जो आपां नूं गुरबाणी गुरु विच सतगुरां ने भेज दिता है नाम दा, सच दा, जो साडा सारियां दा मूल है निरंकार सच वाहिगुरु, ते जो उन्हां दे मुख दी आवाज़ है नाम, जिन्हों शब्द गुरु आखी। और जिहड़ा जीव आपदी मत द्वारा चलदा है उहनूं मनमुख कहंदे, ते मनमुख नूं नाम दा भेत नहीं हुंदा। मनमुख नहीं जानदा नाम नूं, नहीं बुझदा नाम नूं, इस करके नाम तो बिना जिहड़ी उहदी इज्जत पत है वो रहिंदी नहीं। उहने कदे स्वाद नहीं चखिया नाम दा, शब्द गुरु दा उहनूं नहीं रस आया। वो जुड़िया होया दूजे नाल, दूजी की है माया। मारे सचे पातशाह आपां नूं फरमाउंदे, मनमुख नाम न जाननी। बई जिहड़ा मनमुख है वो नाम नूं नहीं जानदा। बिन नावे पत जाई, शब्दे साध नहायो लागे दूजे भाई। बई मनमुख है जिहड़ा वो नहीं नाम नूं जानदा, ते नाम तो बिना उहदी पत नहीं रहिंदी, उहदी इज्जत नहीं रहिंदी। वो नहीं बुझदा शब्द नूं, उहनूं कदे नहीं शब्द दा स्वाद आया, उहने नहीं कदे नाम रस नूं चखे। और वो मारे कहंदे दूजे नाल जुड़े, दूजी की है माया शरीर, इहनूं माया कहंदे। वो शरीर सब मूल है माया। दूजे भाई भरम भुलाया, भी वो दूजे नाल जुड़िया होया भरम दे विच। हुण जिन्हां ने नाम दा नहीं भेत लिया, नहीं सोझी आई नाम दी, उन्हां नूं कहंदे मनमुख ने। मनमुख नाम न जाननी।
ਵੀ ਮਨਮੁਖ ਹੈ ਜਿਹੜਾ, ਉਹ ਨਹੀਂ ਨਾਮ ਨੂੰ ਜਾਣਦਾ, ਉਹਨੂੰ ਨਹੀਂ ਭੇਤ ਨਾਮ 'ਚ। ਹੁਣ ਉਹ ਨਾਮ ਕੀ ਹੈ ਜਿਸ ਤੋਂ ਬਿਨਾਂ ਅਸੀਂ ਮਨਮੁਖ ਰਹਿੰਦੇ। ਫਿਰ ਉਸ ਨਾਮ ਦੀ ਮਹਿਮਾ, ਉਸ ਨਾਮ ਦਾ ਭੇਤ ਸਾਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਦੇ ਰਹੇ ਨੇ। ਬਈ ਜੋ ਨਾਮ ਹੈ ਉਹਨੂੰ ਸ਼ਬਦ ਗੁਰੂ ਆਖੇ, ਪਰਮਾਤਮਾ ਨਿਰੰਕਾਰ ਦੇ ਮੁਖ ਦੀ ਆਵਾਜ਼, ਜਿਹਨੂੰ ਅਨਹਦ ਸ਼ਬਦ ਆਖੇ, ਸ਼ਬਦ ਗੁਰੂ ਆਖੇ, ਜਿਹਦੇ ਨਾਲੋਂ ਸਾਡੀ ਲਿਵ ਟੁੱਟੀ ਹੈ ਨਾਮ ਦੇ ਨਾਲ। ਨਾਮ ਨਾਲੋਂ ਲਿਵ ਟੁੱਟੀ ਹੋਣ ਕਰਕੇ ਹੀ ਸਾਡੇ ਮਨ ਨੂੰ ਇਹ ਤ੍ਰਿਸ਼ਨਾ ਲੱਗੀ ਹੋਈ, ਜਿਹੜਾ ਇੱਕ ਥਾਂ 'ਤੇ ਰੁਕਦਾ ਨਹੀਂ, ਵਿਚਾਰਾਂ 'ਚ ਫੁਰਨੀਆਂ 'ਚ ਭੱਜਾ ਫਿਰਦਾ, ਇਹਨੂੰ ਮਾਇਆ ਲੱਗੀ ਹੋਈ। ਇਹਨੂੰ ਮਾਇਆ ਤਾਂ ਹੀ ਲੱਗੀ ਕਿਉਂਕਿ ਨਾਮ ਤੋਂ ਟੁੱਟੇ ਹੋਏ। ਮਾਰੇ ਫਰਮਾਉਂਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਬਈ ਇਹ ਮਾਇਆ ਨੂੰ ਤਾਂਹੀਓ ਲੱਗੀ ਜਦੋਂ ਇਹਦੀ ਲਿਵ ਟੁੱਟੀ। ਲਿਵ ਟੁੱਟੀ ਹੋਣ ਕਰਕੇ ਹੀ ਇਹ ਤ੍ਰਿਸ਼ਨਾ ਲੱਗੀ ਹੈ ਸਾਡੇ ਮਨ। ਹੌੜੇ ਲਿਵ ਸਾਡੀ ਫੇਰ ਜੁੜੇਗੀ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ। ਸਾਡੀ ਟੁੱਟੀ ਹੋਈ ਦੁਬਾਰਾ ਜੁੜ ਸਕਦੀ, ਦੁਬਾਰਾ ਗੰਢੀ ਜਾ ਸਕਦੀ ਜੇ ਹੁਣ ਅਸੀਂ ਇਹਦੇ ਉੱਤੇ ਵਿਚਾਰ ਕਰੀਏ, ਜੇ ਅਸੀਂ ਸ਼ਬਦ ਦੀ ਵਿਚਾਰ ਕਰੀਏ। ਮਾਰੇ ਫਰਮਾਉਂਦੇ ਟੂਟੇ ਗੰਠ ਪੜੇ ਵਿਚਾਰ, ਵੀ ਟੁੱਟੀ ਹੋਈ ਗੰਢੀ ਤਾਂ ਜਾਊ ਜੇ ਇਹਦੇ 'ਤੇ ਵਿਚਾਰ ਹੋਵੇ। ਪਹਿਲਾਂ ਅਸੀਂ ਮੰਨਣ ਨੂੰ ਤਿਆਰ ਹੋਈਏ ਵੀ ਅਸੀਂ ਟੁੱਟੇ ਹੋਏ ਹਾਂ, ਕਿਉਂਕਿ ਆਪਦੇ ਭਾਣੇ ਤਾਂ ਜੀਵ ਜੁੜੇ ਹੀ ਹੋਏ। ਔਰ ਕਾਲ ਨੇ, ਮਾਇਆ ਨੇ ਸਾਨੂੰ ਐਸਾ ਭਰਮ ਵਿੱਚ ਪਾਏ ਹੈ। ਸਤਿਗੁਰੂ ਕਹਿੰਦੇ ਵੀ ਐਸਾ ਇਹ ਭਰਮ ਪਾਉਂਦੇ ਅੰਦਰੋਂ ਮਾਇਆ, ਬਈ ਜੀਵ ਨੂੰ ਕਹਿੰਦੇ ਵੀ ਤੁਸੀਂ ਆਪਦੇ ਆਪ ਨੂੰ ਪੂਰਾ ਅਖਵਾਉਣਾ, ਵੀ ਕਿਸੇ ਨੇ ਵੀ ਘੱਟ ਨਹੀਂ ਅਖਵਾਉਣਾ। ਬਈ ਇਹੀਓ ਸਮਝਣਾ ਵੀ ਅਸੀਂ ਤਾਂ ਪੂਰਨ ਹਾਂ, ਅਸੀਂ ਵੀ ਪੂਰੇ। ਬਈ ਪਤਾ ਤਾਂ ਉਦੋਂ ਲੱਗੂ ਜਦੋਂ ਇਹਨਾਂ ਕੋਲੋਂ ਪਰਵਾਨਾ ਨਾ ਨਿਕਲੇ, ਜਦੋਂ ਨਾਮ ਨਾ ਹੋਇਆ, ਨਾਮ ਦਾ ਨਾ ਭੇਤ ਹੋਇਆ, ਤੇ ਆਪੇ ਬੇਪੱਤ ਹੋਣਗੇ, ਬੇਇੱਜ਼ਤ ਹੋਣਗੇ। ਮਹਾਰਾਜ ਕਹਿੰਦੇ ਭਰਮ ਕੀ ਪਾ ਦਿੱਤਾ। ਸਤਿਗੁਰੂ ਫਰਮਾਉਂਦੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਪਾਤ ਪਰਵਾਨਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਬਈ ਇਹਨਾਂ ਨੇ ਐਸਾ ਭਰਮ ਪਾ ਦਿੱਤਾ ਵੀ ਕਿਸੇ ਨੇ ਵੀ ਘੱਟ ਨਹੀਂ ਅਖਵਾਉਣਾ। ਬਈ ਆਪਣੇ ਆਪ ਨੂੰ ਕਹਿਣਾ ਪੂਰਨ, ਵੀ ਇਹੋ ਪੂਰੇ ਨੇ ਜੀ, ਇਹ ਪੂਰਨ ਮਹਾਂਪੁਰਸ਼। ਬਈ ਆਪਦੇ ਆਪ ਨੂੰ ਪੂਰਾ ਅਖਵਾਉਣਾ ਵੀ ਇਹੋ ਜੁੜੇ ਹੋਏ ਨੇ, ਅਸੀਂ ਵੀ ਜੁੜੇ ਹੋਏ ਹਾਂ ਜੀ। ਇਹ ਜਦੋਂ ਸਾਨੂੰ ਇਹ ਭਰਮ ਪੈ ਗਿਆ ਵੀ ਅਸੀਂ ਪੂਰਨ ਹਾਂ ਜੀ, ਅਸੀਂ ਉਹ ਪੂਰੇ ਹਾਂ, ਅਸੀਂ ਤਾਂ ਜੁੜੇ ਹੋਏ ਹਾਂ, ਫਿਰ ਸਾਡੀ ਖੋਜ ਬੰਦ ਹੋ ਜਾਏਗੀ। ਕਿਉਂਕਿ ਜਿਹਨੇ ਇਹੋ ਸਮਝ ਲਿਆ ਵੀ ਮੈਂ ਤਾਂ ਜੁੜੇ ਹੀ ਹੋਏ ਹਾਂ, ਫਿਰ ਉਹਦਾ ਉੱਦਮ ਕਾਹਦਾ ਰਹਿ ਗਿਆ ਜੁੜਨ ਦਾ। ਫਿਰ ਤਾਂ ਉਹਦਾ ਰਸਤਾ ਹੀ ਬੰਦ ਹੋ ਗਿਆ, ਕਿਉਂਕਿ ਉਹਨੇ ਸਮਝ ਹੀ ਲਿਆ ਵੀ ਮੈਂ ਹੀ ਜੁੜਿਆ ਹੋਇਆ। ਇਹਦੇ ਉੱਤੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਵੀ ਕੀ ਅਸੀਂ ਜੁੜੇ ਹੋਏ ਹਾਂ ਕਿ ਜਾਂ ਅਸੀਂ ਟੁੱਟੇ ਹੋਏ ਹਾਂ, ਇਹ ਫਿਰ ਸਾਨੂੰ ਗੁਰਬਾਣੀ ਗੁਰੂ ਨੇ ਦੱਸਣਾ। ਬਈ ਜੇ ਤੁਹਾਡੇ ਮਨ ਨੂੰ ਤ੍ਰਿਸ਼ਨਾ ਲੱਗੀ ਹੈ, ਜੇ ਤੁਹਾਡੇ ਅੰਦਰ ਮਾਇਆ ਪ੍ਰਬਲ ਹੈ, ਵਿਚਾਰ ਫੁਰਨੇ ਚੱਲਦੇ, ਫਿਰ ਤੁਸੀਂ ਇਹ ਮਤ ਜਾਣੋ ਵੀ ਤੁਸੀਂ ਜੁੜੇ ਹੋਏ। ਬਈ ਇਹ ਤ੍ਰਿਸ਼ਨਾ ਸਾਨੂੰ ਫੇਰ ਹੀ ਲੱਗੀ ਕਿਉਂਕਿ ਅਸੀਂ ਟੁੱਟੇ ਹੋਏ ਹਾਂ, ਸਾਡੀ ਲਿਵ ਟੁੱਟੀ ਹੋਈ। ਹੁਣ ਜਦੋਂ ਅਸੀਂ ਇਹਦੇ 'ਤੇ ਵਿਚਾਰ ਕਰਾਂਗੇ ਵੀ ਸਾਡੀ ਕਦੋਂ ਲਿਵ ਟੁੱਟੀ ਅਤੇ ਕਿਵੇਂ ਸਾਡੀ ਟੁੱਟੀ ਹੋਈ ਦੁਬਾਰਾ ਫਿਰ ਵਾਪਸ ਜੁੜ ਸਕਦੀ। ਫਿਰ ਸਾਨੂੰ ਸਮਝਾਉਂਦੇ ਵੀ ਸਾਡੀ ਲਿਵ ਉਦੋਂ ਜੁੜੀ ਹੁੰਦੀ ਜਦੋਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਹੁੰਦੇ। ਉਦੋਂ ਇਹ ਸਰੀਰ ਦੇ 9 ਦਰ ਜਿਹੜੇ ਬੰਦ ਹੁੰਦੇ, 10ਵਾਂ ਖੁੱਲ੍ਹਾ ਹੁੰਦਾ ਅਤੇ ਅਸੀਂ 10ਵੇਂ ਵਿੱਚ ਹੁੰਦੇ। ਸਾਡੀ ਜਿਹੜੀ ਲਿਵ ਉਦੋਂ ਜੁੜੀ ਹੁੰਦੀ, ਅਸੀਂ ਉਰਦਮੁਖੀ ਹੁੰਦੇ ਹਾਂ। ਇਹ ਸਾਡੇ ਜੀਵਨ ਦਾ ਪਹਿਲਾ ਪੈਰ ਹੁੰਦਾ ਅਤੇ
ਉੱਥੇ ਫਿਰ ਸਾਡਾ ਸਿਮਰਨ ਕੀ ਹੈ, ਉੱਥੇ ਅਸੀਂ ਕਿਹਦਾ ਸਿਮਰਨ ਕਰਦੇ ਹਾਂ। ਉੱਥੇ ਆਹ ਤਾਂ ਭਾਸ਼ਾ ਆਉਂਦੀ ਨਹੀਂ, ਆ ਜਿਹੜਾ ਆਪਾਂ ਵਾਹਿਗੁਰੂ ਬੋਲਦੇ ਹਾਂ ਉੱਥੇ ਇਹ ਨਹੀਂ ਬੋਲਦੇ ਅਸੀਂ, ਕਿਉਂਕਿ ਉੱਥੇ ਤਾਂ ਇਹ ਭਾਸ਼ਾ ਹੈ ਹੀ ਨਹੀਂ। ਇਹ ਭਾਸ਼ਾ ਤਾਂ ਆਪਾਂ ਸੰਸਾਰ ਦੇ ਵਿੱਚ ਆ ਕੇ ਬਾਅਦ 'ਚੋਂ ਸਿੱਖਦੇ। ਹੁਣ ਉੱਥੇ ਕਿਹੜਾ ਸਿਮਰਨ, ਜਿਹੜਾ ਸਿਮਰਨ ਮਾਲਕ ਸਾਨੂੰ ਦੇ ਕੇ ਸਾਡੀ ਮਾਂ ਦੇ ਗਰਭ ਦੇ ਵਿੱਚ, ਅਗਨ ਦੇ ਵਿੱਚ ਵੀ ਉੱਥੇ ਰੱਖਿਆ ਕਰਦੇ। ਮਾਰੇ ਫਰਮਾਉਂਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਬਈ ਉੱਥੇ ਸਾਨੂੰ ਮਾਲਕ ਨੇ ਆਪਦਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕੀਤੀ। ਅਤੇ ਉਹ ਕਿਹੜਾ ਸਿਮਰਨ, ਉਹ ਹੈ ਨਾਮ। ਅਨਹਦ ਸ਼ਬਦ ਗੁਰੂ ਦੇ ਨਾਲ ਅਸੀਂ ਜੁੜੇ ਹਾਂ ਜੀ। ਇੱਥੇ ਫਿਰ ਇਹੀਓ ਭਗਤੀ, ਇਹੀਓ ਅਰਦਾਸ, ਇਹੀਓ ਬੇਨਤੀ ਮਾਲਕ ਨੂੰ ਅਸੀਂ ਉੱਥੇ ਹੁਕਮ ਦੇ ਵਿੱਚ ਹੁੰਦੇ। ਇਹੀਓ ਸਾਡੇ ਵਾਸਤੇ ਹੁਕਮ ਹੈ ਨਾਮ। ਸਤਿਗੁਰੂ ਫਰਮਾਉਂਦੇ ਪਹਿਲੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ, ਹੁਕਮ ਭਿਆ ਗਰਵਾਸ। ਔਰਦ ਤਬ ਅੰਤਰ ਕਰੇ ਬਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਹੁਣ ਉੱਥੇ ਆਹ ਅਰਦਾਸ ਨਹੀਂ ਹੁੰਦੀ ਜਿਹੜੀ ਆਪਾਂ ਇੱਥੇ ਆਹ ਅਰਦਾਸ ਕਰਤੀ। ਉੱਥੇ ਆਹ ਭਾਸ਼ਾ ਹੀ ਨਹੀਂ ਹੈ। ਉੱਥੇ ਫਿਰ ਕਿਹੜੀ ਅਰਦਾਸ? ਉੱਥੇ ਤਾਂ ਫਿਰ ਮਾਲਕ ਦੇ ਅਸੀਂ ਨਾਲ ਜੁੜੇ ਹੋਏ ਹਾਂ ਨਾਮ ਦੇ ਨਾਲ। ਇਹੀਓ ਅਰਦਾਸ ਹੈ ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁੱਖ ਕਰਤੇ ਸਾਚੇ ਪ੍ਰਭਾਸ। ਵੀ ਉੱਥੇ ਤਾਂ ਸਾਡੀ ਇਹੀਓ ਅਰਦਾਸ ਹੈ, ਨਾਮ ਦੇ ਨਾਲ ਜੁੜੇ ਹਾਂ ਮਾਲਕ ਦੇ ਚਰਨਾਂ ਦੇ ਨਾਲ। ਹੁਣ ਉੱਥੇ ਫਿਰ ਸਾਡੇ ਮਨ ਨੂੰ ਸਮਝਾਉਣ ਵਾਸਤੇ ਬਈ ਜਿਵੇਂ ਹੁਣ ਇੱਥੇ ਸ਼ਬਦ ਦਾ ਤੇਰੇ ਇਰਦ ਗਿਰਦ ਰੱਖਿਆ ਚੱਕਰ ਬਣਿਆ ਹੋਇਆ, ਤੈਨੂੰ ਇੱਥੇ ਅਗਨ ਨਹੀਂ ਲੱਗਦੀ, ਸੇਕ ਨਹੀਂ ਲੱਗਦੀ। ਬਈ ਇਸੇ ਤਰ੍ਹਾਂ ਦੀ ਸੰਸਾਰ ਵਿੱਚ ਬਾਹਰ ਜਿੱਥੇ ਤੈਨੂੰ ਖੇਲਣ ਵਾਸਤੇ ਭੇਜਣਾ, ਉੱਥੇ ਬਾਹਰ ਮਾਇਆ ਹੈ। ਬਈ ਜੇ ਤੂੰ ਉੱਥੇ ਜਾ ਕੇ ਨਾਮ ਦੇ ਨਾਲ ਜੁੜੇਗਾ ਤੇ ਮਾਇਆ ਤੈਨੂੰ ਅਗਨ ਸੇਕ ਨਹੀਂ ਲੱਗੇਗੀ। ਜੇ ਤੂੰ ਜਾ ਕੇ ਨਾਮ ਨੂੰ ਵਿਸਾਰ ਦਿੱਤਾ, ਫਿਰ ਉਹ ਮਾਇਆ ਤੈਨੂੰ ਸਾੜੇਗੀ। ਉਹ ਅਗਨ ਹੈ, ਉਹ ਕਿੱਦਾਂ ਦੀ ਅਗਨ ਹੈ? ਫਿਰ ਇਹਨੂੰ ਸਮਝਾਉਣ ਵਾਸਤੇ ਥੋੜ੍ਹੀ ਜਿਹੀ ਲੈਵ ਨਾਮ ਦੇ ਨਾਲ ਤੋੜਦੇ। ਜਿਉਂ ਹੀ ਲੈਵ ਸਾਡੀ ਟੁੱਟਦੀ ਅਸੀਂ ਤੜਫਦੇ ਹਾਂ, ਫਿਰ ਲੈਵ ਜੋੜ ਲੈਂਦੇ। ਜਦੋਂ ਲੈਵ ਜੋੜਦੇ ਫਿਰ ਮਨ ਕਹਿੰਦਾ ਹੈ ਵੀ ਇੱਕ ਪਲ ਦਾ ਹੀ ਵਿਛੋੜਾ ਪਿਆ ਅਤੇ ਮੈਨੂੰ ਇਉਂ ਲੱਗਿਆ ਜਿਵੇਂ 50 ਵਰ੍ਹਿਆਂ ਦਾ ਵਿਛੋੜਾ ਪੈ ਗਿਆ। ਬਈ ਇੰਨਾ ਜ਼ਿਆਦਾ ਲੰਮਾ ਵਿਛੋੜਾ ਅਤੇ ਦੁੱਖ ਮਹਿਸੂਸ ਕਰਦਾ ਮਨ। ਮਾਰੇ ਹੀ ਫਰਮਾਉਂਦੇ ਇੱਕ ਖਿੰਨ ਪਲ ਤੂੰ ਵਿਸਰੇ ਸੁਆਮੀ, ਜਾਣੂ ਬਰਸ 85। ਬਈ ਮੈਨੂੰ ਇਉਂ ਲੱਗਿਆ ਜਿਵੇਂ 50 ਸਾਲਾਂ ਦਾ ਵਿਛੋੜਾ ਪੈ ਗਿਆ। ਫਿਰ ਲੈਵ ਜੋੜ ਲੈਂਦੀ। ਫਿਰ ਜਦੋਂ ਜੋੜਦੇ ਫਿਰ ਇਹਨੂੰ ਸਮਝਾਉਂਦੀ ਵੀ ਇੱਦਾਂ ਦੀ ਅਗਨ ਬਾਹਰ ਮਾਤ ਲੋਕ 'ਚ ਮਾਇਆ, ਜਿੱਦਾਂ ਦੀ ਹੁਣੇ ਮਾਂ ਦੇ ਗਰਭ ਦੀ ਅਗਨ, ਜਿਵੇਂ ਤੈਨੂੰ ਹੁਣ ਸੇਕ ਲੱਗੀ। ਇਹ ਮਾਰੇ ਹੀ ਫਰਮਾਉਂਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਜਿਉਂ ਹੀ ਅਸੀਂ ਇੱਧਰ ਸੰਸਾਰ ਵਿੱਚ ਮਾਤ ਲੋਕ ਦੇ ਵਿੱਚ ਆਉਂਦੇ ਹਾਂ, ਇਹ ਇੱਧਰ ਆਉਣ ਸਾਰੀ ਇੰਨੀ ਛੇਤੀ ਐਕਸ਼ਨ ਕਰਦੇ ਵੀ ਇਹ ਜਿਹੜੇ 9 ਦਰ ਨੇ ਸਰੀਰ ਦੇ ਖੁੱਲ੍ਹ ਜਾਂਦੇ, ਇਹ ਮਨ ਨੂੰ ਪਾਉਣ ਦੇ ਨਾਲ ਜੋੜ ਦਿੰਦੇ। ਹੁਣ ਜਦੋਂ ਜੋੜ ਦਿੰਦੇ ਸਾਡੀ ਲੈਵ ਟੁੱਟਦੀ ਅਤੇ ਬੱਚਾ ਵਰਾਕ ਕਰਦੇ, ਅਸੀਂ ਰੋਂਦੇ। ਜਦ ਰੋਂਦੇ ਹਾਂ ਅਤੇ ਮਨ ਦੁੱਧ ਦੇ ਦਿੰਦੀ। ਇਹ ਅਸੀਂ ਇੱਧਰ ਤਨ ਦੀ ਖੁਰਾਕ ਦੇ ਨਾਲ ਜੁੜ ਜਾਂਦੇ। ਫਿਰ ਵੀ ਇੱਕਦਮ ਸਾਡੀ ਲੈਵ ਨਹੀਂ ਤੋੜਦੀ। ਇਹ ਕਿਤੇ ਬਹੁਤ ਹੀ ਨਾ ਉਦਾਸ ਹੋ ਜਾਣ, ਬਹੁਤ ਹੀ ਵਿਰਾਗੀ ਨਾ ਹੋ ਜਾਣ। ਹੌਲੀ ਹੌਲੀ ਥੋੜ੍ਹੇ ਸਮੇਂ ਬਾਅਦ ਮਾਲਕ ਸਾਨੂੰ ਦਰਸ਼ਨ ਦਿੰਦਾ ਰਹਿੰਦਾ, ਅਸੀਂ ਦਰਸ਼ਨ ਕਰਦੇ ਰਹਿੰਦੇ। ਜੇ ਬਹੁਤਾ ਸਮਾਂ ਨਹੀਂ ਦਰਸ਼ਨ ਹੁੰਦੇ
ਤੇ ਫਿਰ ਆਪਾਂ ਦੇਖਦੇ ਵੀ ਬੱਚਾ ਕਿਵੇਂ ਰੋਣ ਵਰਗਾ ਮੂੰਹ ਕਰਦਾ ਬਈ, ਹਾਲਾਂਕਿ ਉਹ ਇੱਧਰ ਆਪਾਂ ਨੂੰ ਕੋਈ ਜਾਣਦਾ ਨਹੀਂ ਹੈ। ਜਦੋਂ ਇੱਧਰ ਸੰਸਾਰ ਦੇ ਵਿੱਚ ਆਇਆ ਉਹ ਕਿਸੇ ਨੂੰ ਨਹੀਂ ਜਾਣਦਾ, ਨਾ ਆਪਦੀ ਮਾਂ ਨੂੰ ਜਾਣਦਾ, ਨਾ ਪਿਓ ਨੂੰ ਜਾਣਦਾ, ਕਿਸੇ ਦੀ ਉਹਨੂੰ ਪਹਿਚਾਣ ਨਹੀਂ। ਉਹ ਸਿਰਫ ਜੇ ਜਾਣਦਾ ਹੈ ਤਾਂ ਜਿਹੜਾ ਸਾਡਾ ਅਸਲੀ ਮਾਂ ਪਿਓ ਹੈ ਨਿਰੰਕਾਰ ਵਾਹਿਗੁਰੂ, ਉਹਨੂੰ ਜਾਣਦਾ ਜਿਹਨੇ ਭੇਜਿਆ ਸਾਨੂੰ। ਹੋਰ ਕਿਸੇ ਨੂੰ ਨਹੀਂ ਅਸੀਂ ਜਾਣਦੇ ਇੱਧਰ ਸੰਸਾਰ ਦੇ ਵਿੱਚ। ਇਹ ਤਾਂ ਹੌਲੀ ਹੌਲੀ ਸਾਨੂੰ ਇਸ ਸੰਸਾਰ ਦੇ ਵਿੱਚ ਗਿਆਨ ਹੁੰਦਾ ਸੰਸਾਰ ਦਾ। ਫਿਰ ਆਪਾਂ ਉਹਨੂੰ ਬੱਚੇ ਨੂੰ ਸਿਖਾਉਂਦੇ ਹਾਂ ਵੀ ਆਹ ਤੇਰੀ ਮੰਮੀ ਹੈ, ਇਹ ਤੇਰੀ ਮਾਂ ਹੈ, ਆਹ ਤੇਰਾ ਪਿਤਾ ਹੈ, ਇਹ ਤੇਰਾ ਡੈਡੀ ਹੈ। ਫਿਰ ਉਹ ਹੌਲੀ ਹੌਲੀ ਪਹਿਚਾਣ ਕਰਨ ਲੱਗ, ਉਧਰੋਂ ਅਸਲੀ ਮਾਂ ਪਿਓ ਨੂੰ ਭੁੱਲਦਾ ਜਾਂਦਾ, ਇੱਧਰ ਸਰੀਰਾਂ ਦੇ ਨਾਲ ਮਾਇਆ ਦੇ ਨਾਲ ਜੁੜਦਾ ਜਾਂਦਾ। ਹੁਣ ਜਦੋਂ ਅਸੀਂ ਆਉਂਦੇ ਹਾਂ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਮਾਲਕ ਦਰਸ਼ਨ ਦਿੰਦਾ ਰਹਿੰਦਾ। ਜਦੋਂ ਨਹੀਂ ਦਰਸ਼ਨ ਹੁੰਦੇ ਤੇ ਉਦੋਂ ਹੀ ਮਹਾਰਾਜ ਕਹਿੰਦੇ ਵੀ ਕਲਯੁੱਗ ਵਰਤ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਉਦੋਂ ਤਾਂ ਤੂੰ ਘੜੀ ਘੜੀ ਬਾਅਦ ਦਰਸ਼ਨ ਦੇ ਦਿੰਦਾ ਸੀ, ਜੇ ਨਹੀਂ ਸੀ ਤੇਰੇ ਦਰਸ਼ਨ ਹੁੰਦੇ ਤੇ ਕਲਯੁੱਗ ਵਰਤ ਜਾਂਦਾ ਸੀ। ਇਹ ਹੁਣ ਤੇ ਤਾਂ ਵਿਛੜਿਆਂ ਨੂੰ ਸਾਨੂੰ ਕਿੰਨਾ ਸਮਾਂ ਹੋ ਗਿਆ, ਹੁਣ ਤੇਰੇ ਦਰਸ਼ਨ ਹੋਈ ਨਹੀਂ, ਹੁਣ ਕਦੋਂ ਮਿਲੇਗਾ? ਮਾਰੇ ਫਰਮਾਉਂਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਹੁਣ ਕਦ ਮਿਲੀਏ ਫਿਰ ਤੁਧ ਭਗਵੰਤ। ਬਈ ਉਦੋਂ ਤਾਂ ਘੜੀ ਘੜੀ ਬਾਅਦ ਦਰਸ਼ਨ ਦੇ ਦਿੰਦਾ ਸੀ। ਤਾਈਓ ਬੱਚਾ ਦੇਖ ਕੇ ਹੱਸਦਾ ਨਾ, ਆਪਾਂ ਦੇਖਦੇ ਵੀ ਉਹ ਸੁੱਤਾ ਪਿਆ ਜੀ ਸਹਿਜ ਦੇ ਵਿੱਚ, ਉਹ ਆਪ ਹੀ ਹੱਸੀ ਜਾਂਦਾ ਤੇ ਆਪ ਹੀ ਰੋਣ ਵਰਗਾ ਮੂੰਹ ਕਰ ਲੈਂਦਾ। ਜਦੋਂ ਵਿੱਚ ਪੜਦਾ ਆ ਜਾਂਦਾ ਰੋਣ ਲੱਗ ਜਾਂਦਾ ਵੀ ਹੁਣ ਤਾਂ ਇੱਥੇ ਹੀ ਸੀ ਸਾਹਮਣੇ, ਹੁਣ ਕਿੱਥੇ ਚਲੇ ਗਈ। ਇਸੇ ਵਾਸਤੇ ਜੀ ਬਾਬਾ ਕਬੀਰ ਜੀ ਕਹਿੰਦੇ ਵੀ ਬਾਬਾ ਮਾਲਕ ਜਿਹੜਾ ਬੋਲਦਾ ਸੀ ਬਈ ਉਹ ਨਾਲ ਹੀ ਰਹਿੰਦਾ ਸੀ ਦੇਹੀ ਦੇ, ਤੇ ਕਥਾ ਕਰਦੇ ਸੀ, ਕਥਾ ਵਾਰਤਾ ਕਰਦੇ ਸੀ, ਜਿਹਨੂੰ ਕਹਿੰਦੇ ਹਰ ਕੀ ਕਥਾ ਨਾਹਦ ਬਾਣੀ। ਬਈ ਬਾਬਾ ਉਹ ਕਥਾ ਕਰ ਰਿਹਾ ਸੀ ਤੇ ਹੁਣ ਕਿੱਥੇ ਗਏ? ਬਾਬਾ ਬੋਲ ਤੇ ਇੱਥੇ ਕਹਾਂ ਗਏ ਵੀ ਤੂੰ ਬੋਲ ਰਿਹਾ ਸੀ, ਕਿੱਥੇ ਚਲਾ ਗਿਆ ਹੁਣ? ਦੇਹੀ ਕੇ ਸੰਗ ਰਹਿਤੇ ਕਥਾ ਵਾਰਤਾ ਕਹਤੇ, ਵੀ ਉਦੋਂ ਤਾਂ ਤੂੰ ਨਾਲ ਹੀ ਰਹਿੰਦਾ ਸੀ ਤੇ ਕਥਾ ਕਰਦਾ ਸੀ, ਵੀ ਹੁਣ ਕਿੱਥੇ ਚਲਾ ਗਿਆ? ਉਹ ਫਿਰ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਸਾਨੂੰ ਦਰਸ਼ਨ ਦਿੰਦੇ ਰਹਿੰਦੇ ਵੀ ਕਿਤੇ ਬਹੁਤ ਹੀ ਇੱਕਦਮ ਵੈਰਾਗੀ ਨਾ ਹੋ ਜਾਣ। ਫਿਰ ਹੌਲੀ ਹੌਲੀ ਅਸੀਂ ਇੱਧਰ ਸੰਸਾਰ ਦੇ ਨਾਲ ਜੁੜਨਾ ਸ਼ੁਰੂ ਕਰਦੇ ਹਾਂ। ਪਹਿਲਾਂ ਬੱਚਾ ਨਹੀਂ ਦੇਖਦਾ ਇੱਧਰ ਆਕਾਰਾਂ ਨੂੰ, ਸਰੀਰਾਂ ਨੂੰ ਨਹੀਂ ਦੇਖਦਾ, ਪਹਿਲਾਂ ਸਿਰਫ ਆਪਾਂ ਨਿਰੰਕਾਰ ਵਾਹਿਗੁਰੂ ਹੀ ਦੇਖ ਰਹੇ ਹੁੰਦੇ। ਫਿਰ ਹੌਲੀ ਹੌਲੀ ਉਹ ਦੇਖਣਾ ਸ਼ੁਰੂ ਕਰਦਾ। ਪਹਿਲਾਂ ਮਾਂ ਦੇ ਸਰੀਰ ਵੱਲ ਦੇਖਦਾ, ਉਹਦੇ ਤਨ ਵੱਲ, ਫਿਰ ਉਹਨੂੰ ਦੇਖ ਦੇਖ ਕੇ ਉਹਦੀ ਪਹਿਚਾਣ ਕਰਦਾ, ਉਹਦੇ ਵੱਲ ਦੇਖੀ ਜਾਂਦਾ ਦੇਖੀ ਜਾਂਦਾ, ਫਿਰ ਉਹਨੂੰ ਪਹਿਚਾਣ ਹੋਣ ਲੱਗ ਜਾਂਦੀ। ਫਿਰ ਹੌਲੀ ਹੌਲੀ ਅੱਗੇ ਪਿਤਾ ਦੀ, ਫਿਰ ਭੈਣ ਭਰਾਵਾਂ ਦੀ, ਗਾਂ ਦੀ ਗਾਂ ਇੱਦਾਂ ਪਹਿਚਾਣ ਕਰਦਾ ਜਾਂਦਾ। ਉਧਰੋਂ ਅਸੀਂ ਮਾਲਕ ਨੂੰ ਦੇਖਣਾ ਭੁੱਲ ਜਾਂਦੇ ਹਾਂ ਤੇ ਸਰੀਰਾਂ ਨੂੰ ਦੇਖਣਾ ਸ਼ੁਰੂ ਕਰ ਦਿੰਦੇ, ਮਾਇਆ ਨੂੰ। ਫਿਰ ਪਹਿਲਾਂ ਜਿਹੜੀ ਕਥਾ ਮਾਲਕ ਅੰਦਰ ਕਰਦੇ ਸੀ ਉਹਨੂੰ ਸੁਣਦੇ ਸੀ, ਹੌਲੀ ਹੌਲੀ ਅਸੀਂ ਬਾਹਰਲੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਕਰ ਦਿੰਦੇ। ਪਹਿਲਾਂ ਅਸੀਂ ਬੋਲਦੇ ਨਹੀਂ ਸੀ, ਸਹਿਜ ਦੇ ਵਿੱਚ ਸੀ। ਇਹ ਸਹਿਜ ਦੇ ਵਿੱਚ ਮਾਲਕ ਦੀ ਆਵਾਜ਼ ਨੂੰ ਸੁਣ ਰਹੇ ਸੀ, ਮਾਲਕ ਨੂੰ ਦੇਖ ਰਹੇ ਸੀ ਤੇ ਸੁਣ ਰਹੇ ਸੀ ਜੋ ਮਾਲਕ ਕਥਾ ਕਰ ਰਹੀ ਸੀ। ਜਿਉਂ ਸਹਿਜ ਤੋਂ ਬਾਹਰ ਆਉਂਦੇ ਜਾਂਦੇ ਫਿਰ ਅਸੀਂ ਬੋਲਣਾ ਸ਼ੁਰੂ ਕਰ ਦਿੰਦੇ ਸੰਸਾਰ ਦੀ ਭਾਸ਼ਾ। ਫਿਰ ਅਸੀਂ ਇੱਧਰ ਸੰਸਾਰ ਦਾ ਬੋਲਣ ਲੱਗ ਜਾਂਦੇ, ਫਿਰ ਉੱਧਰੋਂ ਮਾਲਕ ਨੂੰ ਭੁੱਲਦੇ ਜਾਂਦੇ ਤੇ ਇੱਧਰ ਮਾਇਆ ਦੇ ਨਾਲ ਜੁੜਦੇ ਜਾਂਦੇ। ਸਭ ਤੋਂ ਪਹਿਲਾਂ ਫਿਰ ਸਾਡਾ ਇਸ ਲੋਕ ਦੇ ਵਿੱਚ ਜਿਹੜਾ ਗੁਰੂ ਹੈ ਉਹ ਮਾਂ ਗੁਰੂ ਹੈ। ਮਾਂ ਨੇ ਸਾਨੂੰ ਸੰਸਾਰ ਦਾ ਇੱਧਰ ਭੇਦ ਦੇਣਾ, ਸਮਝਾਉਣਾ। ਹੁਣ ਜੇ ਤਾਂ ਮਾਂ ਆਪ ਬ੍ਰਹਮ ਦਾ ਗਿਆਨ ਰੱਖਦੀ ਹੈ, ਜੇ ਮਾਂ ਆਪ ਗੁਰਮੁਖ ਹੈ,
ਫਿਰ ਉਹਨੂੰ ਪਤਾ ਹੁੰਦਾ ਵੀ ਸਾਡਾ ਸੰਜੋਗੀ ਆਏ, ਮਾਲਕ ਨੇ ਭੇਜਿਆ, ਅਕਾਲ ਪੁਰਖ ਨੇ। ਫਿਰ ਉਹਦੀ ਜਿਹੜੀ ਲੋਰੀ ਉਹ ਨਾਮ ਤੋਂ ਹੀ ਸ਼ੁਰੂ ਹੁੰਦੀ, ਉਹ ਸ਼ੁਰੂ ਤੋਂ ਹੀ ਬੱਚੇ ਨੂੰ ਸਿਮਰਨ ਕਰਾਉਣਾ ਸ਼ੁਰੂ ਕਰ ਦੇਣਗੇ। ਉਹਦੀ ਫਿਰ ਆਪਦੇ ਬੱਚੇ ਨੂੰ ਇਹੀਓ ਅਸੀਸ ਵੀ ਤੈਨੂੰ ਪਰਮਾਤਮਾ ਭੁੱਲੇ ਨਾ, ਤੈਨੂੰ ਵਿਸਰੇ ਨਾ, ਤੇਰੀ ਸੰਤਾਂ ਦੇ ਨਾਲ ਪ੍ਰੀਤ ਬਣੀ ਰਵੇ, ਤੂੰ ਸਾਧ ਸੰਗਤ ਕਰੇ ਅਤੇ ਸੰਤਾਂ ਦੇ ਨਾਲ ਤੇਰੀ ਪ੍ਰੀਤ ਪੈ ਜੇ, ਪਿਆਰ ਪੈ ਜੇ। ਇਹ ਤੂੰ ਆਪਦੇ ਜੀਵਨ ਦਾ ਜਿਹੜਾ ਮਕਸਦ, ਜਿਸ ਮਕਸਦ ਵਾਸਤੇ ਤੈਨੂੰ ਅਕਾਲ ਪੁਰਖ ਨੇ ਭੇਜਿਆ ਸਾਡਾ ਸੰਜੋਗੀ ਬਣਾ ਕੇ, ਵੀ ਤੂੰ ਇਸ ਮਕਸਦ ਨੂੰ ਪੂਰਾ ਕਰਕੇ ਜਾਵੇਂ। ਤੂੰ ਮਾਲਕ ਨਿਰੰਕਾਰ ਦੇ ਵਿੱਚ ਸਮਾਵੇਂ, ਇਹ ਆਪਦੇ ਜੀਵਨ ਦਾ ਮਕਸਦ ਪੂਰਾ ਕਰਕੇ ਇੱਥੋਂ ਵਾਪਸ ਆਪਦੇ ਘਰ ਜਾ। ਉਹ ਫਿਰ ਜਿਹੜੀ ਗੁਰਮੁਖ ਮਾਤਾ ਉਹਦੀ ਅਸੀਸ ਹੈ ਆਪਦੇ ਬੱਚੇ। ਮਹਾਰਾਜ ਫਰਮਾਉਂਦੇ, ਪੂਤਾ ਮਾਤਾ ਕੀ ਅਸੀਸ, ਨੈਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਬਈ ਇੱਕ ਨਿਮਖ ਵੀ ਤੈਨੂੰ ਮਾਲਕ ਭੁੱਲੇ ਨਾ, ਤੂੰ ਸਦਾ ਹੀ ਮਾਲਕ ਦਾ ਸਿਮਰਨ ਕਰਦਾ ਰਵੇਂ, ਉਹਦੇ ਸਿਮਰਨ ਨਾਲ ਜੁੜਿਆ ਰਵੇਂ। ਇਹ ਜਿਹੜੀ ਮਾਤਾ ਗੁਰਮੁਖ, ਉਹਦੀ ਅਸੀਸ ਤੇ ਉਹਨੂੰ ਪਿਆਰ ਦਾ ਮਾਰਗ ਦੱਸਣਗੇ, ਪਿਆਰ ਦੇ ਮਾਰਗ 'ਤੇ ਤੋਰਨਗੇ। ਆਪ ਸਿਮਰਨ ਕਰਦੇ ਉਹਨੂੰ ਵੀ ਸਿਮਰਨ ਕਰਾਉਣਗੇ, ਆਪ ਸਤ ਸੰਗਤ ਕਰਦੇ ਉਹਨੂੰ ਵੀ ਸੰਗਤ ਕਰਾਉਣਗੇ। ਜੇ ਹੁਣ ਮਾਤਾ ਮਨਮੁਖ ਹੈ, ਜਿਹਨੇ ਆਪ ਕਦੇ ਸੰਗਤ ਕੀਤੀ ਨਹੀਂ, ਜਿਹੜੀ ਆਪ ਕਦੇ ਸਿਮਰਨ ਕਰਦੀ ਕੋਈ ਨਹੀਂ, ਜਿਹਨੇ ਆਪ ਗੁਰੂ ਦੀ ਮੱਤ ਲਈ ਕੋਈ ਨਹੀਂ, ਉਹਨੇ ਉਹਨੂੰ ਸਿਮਰਨ ਨਹੀਂ ਕਰਾਉਣਾ, ਕਿਉਂਕਿ ਉਹ ਕਿਹੜਾ ਆਪ ਕਰਦੀ ਵੀ ਜਿਹੜਾ ਉਹਨੂੰ ਕਰਾਵੇ। ਨਾ ਉਹਨੂੰ ਗਿਆਨ ਹੈ ਬ੍ਰਹਮ ਦਾ, ਉਹਨੇ ਉਹਨੂੰ ਸ਼ੁਰੂ ਤੋਂ ਹੀ ਦੁਬਦਾ ਸਿਖਾਉਣੀ ਸ਼ੁਰੂ ਕਰਤੀ ਵੀ ਆਹ ਤੇਰੀ ਚੀਜ਼ ਹੈ, ਇਹ ਤੂੰ ਕਿਸੇ ਨੂੰ ਨਹੀਂ ਦੇਣੀ, ਤੂੰ ਇਹਦੇ ਕੋਲ ਜਾਣਾ, ਤੂੰ ਇਹਦੇ ਕੋਲ ਜਾਣਾ ਨਹੀਂ, ਤੂੰ ਇਹਨਾਂ ਦੇ ਘਰ ਨਹੀਂ ਜਾਣਾ, ਇਹ ਤੈਨੂੰ ਕੁਛ ਕਰਨਾ ਦੇਣ। ਮਤਲਬ ਕੀ ਵੀ ਉਹਨੇ ਸ਼ੁਰੂ ਤੋਂ ਹੀ ਉਹਨੂੰ ਤੇਰ ਮੇਰ ਸਿਖਾਉਣੀ ਸ਼ੁਰੂ ਕਰ ਦੇਣੀ, ਦੁਬਦਾ ਉਹਦੇ ਅੰਦਰ ਭਰਨੀ ਸ਼ੁਰੂ ਕਰ ਦੇਣੀ। ਉਹ ਸ਼ੁਰੂ ਤੋਂ ਹੀ ਐਸੇ ਹੀ ਅੰਦਰ ਕੁੱਟ-ਕੁੱਟ ਕੇ ਦੁਬਦਾ ਭਰ ਦਿੰਦੇ ਨੇ ਬਈ ਜਦੋਂ ਵੱਡਾ ਹੁੰਦਾ, ਜਵਾਨ ਹੁੰਦਾ, ਉਹ ਫਿਰ ਉਹਨਾਂ ਦੇ ਨਾਲ ਹੀ ਦੁਬਦਾ ਕਰਨ ਲੱਗ ਜਾਂਦਾ। ਫਿਰ ਉਹ ਦੁਖੀ ਹੁੰਦੇ ਵੀ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ, ਸਾਡੇ ਆਗਿਆਕਾਰ ਨੇ। ਹੁਣ ਇਹ ਨਹੀਂ ਪਤਾ ਵੀ ਇਹ ਸਾਰਾ ਕੁਛ ਅਸੀਂ ਸਿਖਾਇਆ ਤਾਂ ਖੁਦ ਆਪ ਹੀ ਹੈ, ਵੀ ਕਿਸੇ ਨੇ ਹੋਰ ਤਾਂ ਸਿਖਾਇਆ ਨਹੀਂ। ਬਈ ਸ਼ੁਰੂ ਤੋਂ ਹੀ ਅਸੀਂ ਬੱਚੇ ਦੇ ਅੰਦਰ ਉਹ ਕੁੱਟ-ਕੁੱਟ ਕੇ ਦੁਬਦਾ ਐਸੀ ਭਰੀ ਬਈ ਵੱਡਾ ਹੋ ਕੇ ਉਹ ਸਾਡੇ ਨਾਲ ਹੀ ਦੁਬਦਾ ਕਰੇਗਾ, ਕਿਉਂਕਿ ਜਿਹੜੀ ਚੀਜ਼ ਉਹਦੇ ਅੰਦਰ ਭਰ ਦਿੱਤੀ ਉਹੀ ਉਹ ਬਾਹਰ ਨਿਕਲੇਗੀ। ਜਿਹੜੀ ਚੀਜ਼ ਸਾਡੇ ਹਿਰਦੇ ਵਿੱਚ ਅੰਦਰ ਵਸ ਜਾਂਦੀ, ਜਿਹੜੀ ਚੀਜ਼ ਸਾਡੇ ਅੰਦਰ ਭਰ ਜਾਂਦੀ, ਫਿਰ ਉਹ ਮੁੱਖ ਰਾਹੀਂ ਬਾਹਰ ਨਿਕਲਦੀ, ਉਹ ਛਪਾਈਆਂ ਛੁਪਦੀ ਨਹੀਂ ਹੈ ਅੰਦਰ। ਮਹਾਰਾਜ ਕਹਿੰਦੇ ਅੰਤਰ ਹੋਏ ਸੋ ਨਿਕਲੇ, ਨਾ ਛਪੇ ਛਪਾਇਆ, ਵੀ ਜੋ ਅੰਦਰ ਹੈ ਉਹ ਮੁੱਖ ਰਾਹੀਂ ਬਾਹਰ ਨਿਕਲਣਾ। ਜੇ ਹਰ ਅੰਦਰ ਦੁਬਦਾ ਭਰੀ ਸਾਡੇ ਕੁੱਟ-ਕੁੱਟ ਕੇ, ਤੇ ਉਹ ਦੁਬਦਾ ਦੇ ਹੀ ਬੋਲ ਸਾਡੇ ਮੁੱਖ 'ਚੋਂ ਬਾਹਰ ਨਿਕਲਣਗੇ। ਜੇ ਸਾਡੇ ਅੰਦਰ ਤੇਰ ਮੇਰ ਹੈ, ਉਹ ਤੇਰ ਮੇਰ ਦੇ ਬੋਲ ਹੀ ਸਾਡੇ ਮੁੱਖ 'ਚੋਂ ਨਿਕਲਣ। ਹਉਮੈ ਹੰਕਾਰ ਦੇ ਵੈਰ ਵਿਰੋਧ, ਔਰ ਉਹ ਫਿਰ ਮਾਂ ਪਿਓ ਦੁਖੀ ਹੁੰਦੇ, ਅਤੇ ਇਹ ਨਹੀਂ ਪਤਾ ਵੀ ਅਸੀਂ ਖੁਦ ਹੀ ਤਾਂ ਸਿਖਾਇਆ ਉਹਨੂੰ, ਅਸੀਂ ਤਾਂ ਉਹਦੇ ਅੰਦਰ ਉਹ ਚੀਜ਼ ਭਰੀ ਹੈ, ਜਿਹੜੀ ਭਰੀ ਹੈ ਉਹੀ ਹੁਣ ਬਾਹਰ ਨਿਕਲਣੀ। ਫਿਰ ਉਹ ਜੀਵਨ ਦਾ ਲਾਹਾ ਨਹੀਂ ਖੱਟ ਸਕਦਾ, ਫਿਰ ਉਹ ਐਸਾ ਧਾਤ ਦੇ ਮਾਰਗ 'ਤੇ ਚੱਲਦਾ ਹੈ। ਸ਼ੁਰੂ ਤੋਂ ਹੀ ਉਹਦੇ ਅੰਦਰ ਜਦੋਂ ਵੈਰ ਵਿਰੋਧ ਭਰ ਦਿੱਤਾ, ਈਰਖਾ ਨਫ਼ਰਤ ਭਰ ਦਿੱਤੀ, ਇਹ ਫਿਰ ਉਹ ਦੂਸਰਿਆਂ ਦੇ ਨਾਲ ਵੀ ਵੈਰ ਵਿਰੋਧ ਹੀ ਕਰੇਗਾ, ਈਰਖਾ ਨਫ਼ਰਤ ਹੀ ਕਰੇਗਾ, ਉਹ ਧਾਤ ਦੇ ਰਸਤੇ 'ਤੇ ਚੱਲੇਗਾ। ਇਹ ਰਸਤਾ ਸਾਡੇ ਘਰ ਨੂੰ ਨਹੀਂ ਜਾਂਦਾ, ਇਹ ਰਸਤਾ ਅੱਗੇ ਜੂਨਾਂ 'ਚ ਜਾਂਦਾ। ਮਹਾਰਾਜ ਫਰਮਾਉਂਦੇ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾਂ ਲੋਭ ਧਰੋ,
ਆਹੰ ਜੁਗਤ ਬਿਹਾਨੇ ਕਈ ਜਨਮ। ਬਈ ਜੇ ਅਸੀਂ ਇਹ ਜੁਗਤੀ ਅਪਣਾਈ ਤੇ ਅਸੀਂ ਵਾਪਸ ਜੂਨਾਂ 'ਚ ਜਾਵਾਂਗੇ, ਜੀਵਨ ਦਾ ਲਾਹਾ ਨਹੀਂ ਖੱਟਾਂਗੇ। ਹੁਣ ਮਨਮੁਖ ਨੂੰ ਐਸੀ ਦੁਵਿਧਾ ਮਾਤਾ ਪਿਤਾ ਨੇ ਅੰਦਰ ਭਰੀ ਬਈ ਉਹ ਸਾਰੀ ਉਮਰ ਦੁਵਿਧਾ 'ਚ ਹੀ ਲੰਘਾ ਦਿੰਦਾ, ਵੈਰ ਵਿਰੋਧ 'ਚ ਹੀ ਕੱਢ ਦਿੰਦਾ। ਉਹ ਤਾਂ ਜੇ ਕਿਤੇ ਬੜੀ ਵੱਡੀ ਸਾਡੇ 'ਤੇ ਅਕਾਲ ਪੁਰਖ ਦੀ ਕਿਰਪਾ ਹੋਵੇ, ਸਾਨੂੰ ਸਾਧੂ ਜਨਾਂ ਦਾ ਸੰਤਾਂ ਦਾ ਸੰਗ ਮਿਲ ਜੇ, ਫਿਰ ਕਿਤੇ ਸਾਡਾ ਰਸਤਾ ਬਦਲਦਾ। ਨਹੀਂ ਤਾਂ ਫਿਰ ਉਹ ਮਨਮੁਖ ਰਸਤਾ ਛੱਡਦਾ ਹੀ ਨਹੀਂ, ਦੁਵਿਧਾ ਵੈਰ ਵਿਰੋਧ ਵਾਲਾ ਉਸੇ ਰਸਤੇ 'ਤੇ ਚੱਲੀ ਜਾਂਦਾ। ਸੋ ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਪਹਿਲਾਂ ਸਾਡੀ ਮਾਂ ਗੁਰੂ ਹੈ, ਫਿਰ ਦੂਸਰੇ ਨੰਬਰ 'ਤੇ ਸਾਡਾ ਪਿਤਾ ਗੁਰੂ। ਹੁਣ ਜੇ ਤਾਂ ਪਿਤਾ ਆਪ ਗੁਰਮੁਖ ਹੈ, ਆਪ ਸਿਮਰਨ ਕਰਦਾ ਹੈ, ਆਪ ਉਹਨੇ ਬ੍ਰਹਮ ਦਾ ਗਿਆਨ ਲਿਆ ਹੈ, ਫਿਰ ਉਹਨੇ ਬੱਚੇ ਨੂੰ ਕਰਮ ਦੀ ਬਾਕਵੀਤ ਦੇਣੀ ਹੁੰਦੀ, ਕਿਉਂਕਿ ਉਹ ਕਰਮ ਕਰਦਾ। ਉਹਨੇ ਫਿਰ ਬੱਚੇ ਨੂੰ ਇਹ ਸਿਖਾਉਣਾ, ਜੇ ਤਾਂ ਉਹਨੂੰ ਬ੍ਰਹਮ ਦਾ ਗਿਆਨ ਬਈ ਨਾਲ ਨਾਲ ਆਪਾਂ ਸਿਮਰਨ ਕਰਨਾ, ਨਾਲ ਨਾਲ ਕਰਮ ਕਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਬਈ ਇਹ ਜਿਹੜਾ ਆਪਾਂ ਦੁਨਿਆਵੀ ਕਰਮ ਕਰਦੇ ਤਨ ਵਾਸਤੇ, ਬਈ ਤਾਂ ਅੱਗੇ ਆਪਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਕਿਸੇ ਤੋਂ ਮੰਗਣਾ ਨਾ ਪਵੇ। ਜਿਹੜਾ ਆਪਾਂ ਸਿਮਰਨ ਕਰਨਾ ਉਹ ਅਸੀਂ ਮਨ ਵਾਸਤੇ ਕਰਨਾ, ਵੀ ਤਾਂ ਕਿ ਸਾਡੇ ਮਨ ਨੂੰ ਸ਼ਾਂਤੀ ਰਵੇ, ਸਾਡੇ ਮਨ ਨੂੰ ਸੁੱਖ ਰਵੇ, ਬਈ ਸਾਡਾ ਜਿਹੜਾ ਮਨ ਹੈ ਉਹ ਸਹਿਜ ਦੇ ਵਿੱਚ ਰਵੇ। ਉਹਦੇ ਵਾਸਤੇ ਫਿਰ ਸਿਮਰਨ ਕਰਨਾ। ਉਹਨੇ ਨਾਲ ਨਾਲ ਬੱਚੇ ਨੂੰ ਸਿਮਰਨ ਕਰਾਈ ਜਾਣਾ, ਨਾਲ ਨਾਲ ਕਰਮ ਦੀ ਬਾਕਵੀਤ ਕਰਾਈ ਜਾਣੀ। ਜੇ ਹੁਣ ਪਿਓ ਆਪ ਮਨਮੁਖ, ਜਿਹੜਾ ਮਨਮੁਖ ਉਹ ਕਰਮ ਦੇ ਨਾਲ ਜੁੜਿਆ ਹੁੰਦਾ, ਉਹਨੇ ਫਿਰ ਬੱਚੇ ਨੂੰ ਵੀ ਦਿਨ ਰਾਤ ਕਰਮ ਹੀ ਦ੍ਰਿੜ ਕਰਾਈ ਜਾਣਾ। ਉਹਨੇ ਕਹਿਣਾ ਵੀ ਜੇ ਤੂੰ ਕੰਮ ਨਹੀਂ ਕਰੇਂਗਾ ਤੂੰ ਭੁੱਖਾ ਮਰੇਂਗਾ, ਉਹ ਕੀ ਖਾਏ ਪੀਏਂਗਾ, ਤੂੰ ਕਿਵੇਂ ਅੱਗੇ ਆਪਦਾ ਪਰਿਵਾਰ ਚਲਾਏਂਗਾ। ਉਹਨੂੰ ਕਰਮ ਹੀ ਦ੍ਰਿੜ ਕਰਾਈ ਜਾਣਾ ਦਿਨ ਰਾਤ ਵੀ ਤਕੜਾ ਹੋ ਕੇ ਕੰਮ ਕਰ। ਉਹ ਐਸਾ ਸਾਨੂੰ ਮਨਮੁਖ ਫਿਰ ਕਰਮ ਦ੍ਰਿੜ ਕਰਾਉਂਦਾ ਹੈ ਬਈ ਅਸੀਂ ਮਾਲਕ ਨੂੰ ਬਿਲਕੁਲ ਹੀ ਭੁੱਲ ਜਾਂਦੇ। ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੜੀ, ਬਈ ਅਸੀਂ ਕਰਮ ਦੇ ਨਾਲ ਇੰਨਾ ਜੁੜ ਗਏ, ਕਿਰਤ ਨਾਲ ਇੰਨਾ ਜੁੜ ਗਏ ਬਈ ਮਾਲਕ ਨੂੰ ਭੁੱਲਦੇ ਭੁੱਲਦੇ ਬਿਲਕੁਲ ਹੀ ਭੁੱਲ ਗਏ। ਹੁਣ ਇਹ ਕਰਮ ਅਸੀਂ ਜਿੰਨਾ ਮਰਜ਼ੀ ਕਰੀ ਜਾਈਏ, ਦਿਨ ਰਾਤ ਇਹਨੂੰ ਕਰੀ ਜਾਈਏ, ਹੈ ਵੰਗਾਰ। ਚਾਹੇ ਅਸੀਂ ਘੱਟ ਕਰ ਲਈਏ, ਚਾਹੇ ਅਸੀਂ ਵੱਧ ਕਰ ਲਈਏ, ਇੱਥੋਂ ਕੁਝ ਨਾਲ ਤਾਂ ਲਿਜਾ ਨਹੀਂ ਸਕਦੇ, ਕਿਉਂਕਿ ਵੰਗਾਰ ਹੈ ਤੇ ਫਰੀ ਵਿੱਚ ਕਰਦੇ। ਹੁਣ ਮਨਮੁਖ ਨੇ ਐਸਾ ਸਿਖਾ ਦਿੱਤਾ ਬਈ ਵੱਧ ਤੋਂ ਵੱਧ ਕਰਮ ਕਰੋ, ਤੇ ਉਹ ਫਿਰ ਜੀਵ ਦਿਨੇ ਵੀ ਕਰਦਾ ਤੇ ਰਾਤ ਨੂੰ ਵੀ ਕਰਦਾ। ਨਾਲ ਨਾਲ ਲਾਲਚ ਕਰਦਾ, ਭਰਮ ਦੇ ਵਿੱਚ ਪਿਆ ਹੋਇਆ ਵੀ ਮੈਂ ਆਪਦੇ ਵਾਸਤੇ ਕਰਦਾ ਤੇ ਜ਼ਿਆਦਾ ਕਰਾਂ, ਵੱਧ ਕਰਾਂ। ਮਹਾਰਾਜ ਕਹਿੰਦੇ ਵੀ ਤੁਸੀਂ ਭਰਮ 'ਚ ਪੈ ਗਏ, ਵੀ ਇਹ ਤੁਹਾਡਾ ਤਾਂ ਹੈ ਹੀ ਨਹੀਂ, ਤੁਸੀਂ ਤਾਂ ਇਹ ਵੰਗਾਰ ਕਰਦੇ। ਬਈ ਜ਼ਰਾ ਸੋਚੋ ਤਾਂ ਸਹੀ, ਸਾਰਾ ਦਿਨ ਵੰਗਾਰ ਕਰਦੇ ਹੋ ਤੇ ਜਦੋਂ ਇੱਥੋਂ ਜਾਂਦੇ ਹੋ ਖਾਲੀ ਹੱਥ ਜਾਂਦੇ ਹੋ, ਕੁਛ ਨਾਲ ਨਹੀਂ ਲਿਜਾ ਸਕਦੇ। ਮਹਾਰਾਜ ਫਰਮਾਉਂਦੇ ਨਿਤ ਦਿਨਸ ਰਾਤ ਲਾਲਚ ਕਰੇ ਭਰਮੇ ਭਰਮਾਇਆ, ਵੰਗਾਰ ਫਿਰੇ ਵੰਗਾਰੀਆ ਸਿਰ ਭਾਰ ਉਠਾਇਆ। ਸਾਰਾ ਦਿਨ ਵੰਗਾਰ ਕਰਦੇ ਹੋ, ਇਹ ਦੂਸਰਿਆਂ ਦੇ ਨਾਲ ਝਗੜਾ ਕਰਦੇ ਹੋ ਵੀ ਸਾਡਾ ਕੰਮ ਹੈ ਅਸੀਂ ਵੱਧ ਕਰਦੇ ਹਾਂ, ਦੂਸਰੇ ਦੀ ਨਿੰਦਿਆ ਕਰਦੇ ਵੀ ਇਹ ਤਾਂ ਵਿਹਲਾ ਜੀ, ਇਹ ਤਾਂ ਕੁਛ ਕਰਦਾ ਨਹੀਂ। ਮਹਾਰਾਜ ਕਹਿੰਦੇ ਵੀ ਇਹ ਤਾਂ ਤੁਸੀਂ ਵੰਗਾਰ ਕਰਦੇ ਹੋ, ਕਿਹੜਾ ਤੁਸੀਂ ਇੱਥੋਂ ਕੁਛ ਨਾਲ ਲਿਜਾ ਸਕਦੇ। ਬਈ ਜਿਹੜੀ ਚੀਜ਼ ਤੁਸੀਂ ਨਾਲ ਲਿਜਾ ਸਕਦੇ ਹੋ ਉਹ ਹੈ ਨਾਮ ਧਨ, ਤੇ ਉਹ ਤੁਸੀਂ ਇਕੱਠਾ ਕਰਦੇ ਨਹੀਂ, ਉਹ ਤਾਂ ਤੁਸੀਂ ਕਮਾਈ ਕਰਦੇ ਨਹੀਂ ਨਾਮ ਦੀ। ਫਿਰ ਐਸੀ ਅਵਸਥਾ ਦੇ ਵਿੱਚ ਜੇ ਹੁਣ ਪਿਤਾ ਵੀ ਮਨਮੁਖ ਹੈ ਤੇ ਮਾਂ ਵੀ ਮਨਮੁਖ, ਫਿਰ ਉਹਨਾਂ ਨੇ ਐਸਾ ਦੁਵਿਧਾ ਸਿਖਾਉਣੀ, ਐਸਾ ਕਰਮ ਦ੍ਰਿੜ ਕਰਾਉਣਾ ਬਈ ਫਿਰ ਸਾਰੀ ਉਮਰ ਜੀਵ ਉਹ ਧੰਦ ਹੀ ਬੈਠਦਾ ਰਹਿੰਦਾ ਤੇ ਉਹਨੂੰ ਸੁੱਖ ਫਿਰ ਨਹੀਂ ਮਿਲਦਾ, ਸ਼ਾਂਤੀ ਫਿਰ ਮੰਨੀ ਆਉਂਦੀ। ਮਹਾਰਾਜ ਇਸ ਲਈ ਕਹਿੰਦੇ ਇੱਕ ਮਨਮੁਖ ਧੰਦ ਪਟਾਈ, ਵੀ ਮਨਮੁਖ ਫਿਰ ਧੰਦ ਹੀ ਪੱਟਦਾ ਰਹਿੰਦਾ।
ਨਾਲੇ ਧੰਦ ਪਿੱਟੀ ਜਾਂਦਾ, ਨਾਲੇ ਦੁਖੀ ਹੋਈ ਜਾਂਦਾ, ਫਿਰ ਪਿੱਟੀ ਜਾਂਦਾ, ਫਿਰ ਦੁਖੀ ਹੋਈ ਜਾਂਦਾ। ਫਿਰ ਮਹਾਰਾਜ ਸਮਝਾਉਂਦੇ ਵੀ ਐਸੀ ਹਾਲਤ ਜੀਵਾਂ ਦੀ ਵੀ ਜਿਵੇਂ ਆਵਾਂ ਨੂੰ ਉਦਾਹਰਨ ਦਿੱਤੀ ਵੀ ਉਹ ਮਰਕਟ ਦੀ ਬਾਂਦਰ ਸੀ। ਬਈ ਉਹ ਬਾਂਦਰ ਨੂੰ ਜਦੋਂ ਸ਼ਿਕਾਰੀ ਨੇ ਫੜਨਾ, ਉਹ ਖੇਲਾਂ ਲੈ ਕੇ ਜਦੋਂ ਕੁਝ ਹੀ ਦੱਬ ਦਿੰਦਾ ਤੇ ਇੰਨੇ ਨੂੰ ਇਹਦਾ ਸਮਾਂ ਖਤਮ ਹੋ ਜਾਂਦਾ। ਮਹਾਰਾਜ ਕਹਿੰਦੇ ਮਰਕਟ ਮੌਸਟੀ ਨਾਜ਼ਕੀ ਮਨ ਬੋਰਾ ਰੇ ਲੀਨੀ ਹਾਥ ਪਸਾਰ ਛੂਟਨ ਕੋ ਸੰਸਾ ਭਰਿਓ ਮਨ ਬੋਰਾ ਰੇ ਨਾਚਿਓ ਘਰ ਘਰ ਵਾਰ। ਬਈ ਫਿਰ ਜਿਹੜਾ ਕਾਲ ਹੈ ਫਿਰ 84 ਲੱਖ ਜੂਨ ਦੇ ਵਿੱਚ ਗੇੜਾ ਕਢਾਉਂਦਾ। ਜੇ ਹੁਣ ਅਸੀਂ ਇਹ ਨਹੀਂ ਛੱਡਦੇ, ਜੇ ਹੁਣ ਅਸੀਂ ਆਪਦੀ ਮੱਤ ਨਹੀਂ ਛੱਡਾਂਗੇ, ਨਹੀਂ ਆਪਦੀ ਸਿਆਣਪ ਛੱਡਾਂਗੇ, ਫਿਰ ਅਸੀਂ ਇਸੋਂ ਨਿਕਲ ਨਹੀਂ ਸਕਦੇ। ਬੇਸ਼ੱਕ ਪਿੱਟੀ ਜਾਵਾਂਗੇ, ਰੋਈ ਜਾਵਾਂਗੇ, ਦੁਖੀ ਹੋਈ ਜਾਵਾਂਗੇ, ਫਿਰ ਇਹਨੂੰ ਛੱਡਾਂਗੇ ਨਹੀਂ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਦੁੱਖ ਦਾ ਕਾਰਨ ਹੈ ਸਾਡੀ ਅਗਿਆਨਤਾ। ਜੇ ਅਸੀਂ ਦੁਖੀ ਹਾਂ ਤੇ ਦੁੱਖ ਦਾ ਕਾਰਨ ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਜਿਹੜੀ ਸਿਆਣਪ, ਅਸੀਂ ਜ਼ਿਆਦਾ ਸਿਆਣੇ ਹੋ ਗਏ ਹਾਂ ਤਾਂ ਅਸੀਂ ਦੁਖੀ। ਜੇ ਅਸੀਂ ਆਪਦੀ ਸਿਆਣਪ ਛੱਡ ਦਈਏ, ਜੇ ਅਸੀਂ ਆਪਦੀ ਮੱਤ ਛੱਡ ਦਈਏ, ਗੁਰੂ ਦੀ ਮੱਤ ਲੈ ਲਈਏ, ਫਿਰ ਅਸੀਂ ਇੱਥੋਂ ਨਿਕਲ ਜਾਂਗੇ ਬਾਹਰ ਅਤੇ ਫਿਰ ਸਾਨੂੰ ਕੋਈ ਦੁੱਖ ਨਹੀਂ। ਅਸੀਂ ਚੌਥੇ ਪਾਸੇ ਚਲੇ ਜਾਵਾਂਗੇ, ਆਪਦੇ ਘਰ ਚਲੇ ਜਾਵਾਂਗੇ। ਇਉਂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ ਫਿਰ ਇਹਨੂੰ ਸਿਆਣਪ ਨੂੰ ਛੱਡ ਦਿਓ। ਤਾਂ ਜੋ ਸਿਆਣਪ ਸੁਰਜਨੋ, ਵੀ ਆਪਦੀ ਜਿਹੜੀ ਸਿਆਣਪ ਇਹਨੂੰ ਤਜ ਦਿਓ, ਇਹਨੂੰ ਛੱਡ ਦਿਓ ਆਪਦੀ ਸਿਆਣਪ ਨੂੰ ਅਤੇ ਹੁਕਮ ਨੂੰ ਬੁੱਝੋ। ਮਨ ਕੀ ਮਤ ਤੇ ਆਗੋ ਹਰਜਨ ਹੁਕਮ ਬੂਝ ਸੁੱਖ ਪਾਈਏ ਰੇ। ਬਈ ਜੇ ਅਸੀਂ ਹੁਣ ਹੁਕਮ ਨੂੰ ਬੁੱਝ ਲਈਏ, ਹੁਕਮ ਦੇ ਵਿੱਚ ਆ ਜਾਈਏ ਅਤੇ ਅਸੀਂ ਸੁਖੀ ਹੋ ਜੀ। ਸਾਡੇ ਹੁਕਮ ਦੇ ਵਿੱਚ ਆਉਣ ਵਾਸਤੇ ਸਾਨੂੰ ਆਪਦੀ ਮੱਤ ਛੱਡਣੀ ਪੈਂਦੀ। ਜੇ ਅਸੀਂ ਆਪਦੀ ਮੱਤ, ਆਪਦੀ ਸਿਆਣਪ ਵਰਤਾਂਗੇ, ਸਾਡੀ ਸਿਆਣਪ ਨੇ ਤਾਂ ਸਾਨੂੰ ਦੁੱਖਾਂ 'ਚ ਹੀ ਲੈ ਕੇ ਜਾਣਾ। ਅਸੀਂ ਦੁਖੀ ਹੋਈ ਜਾਵਾਂਗੇ, ਹੋਰ ਸ਼ਾਂਤ ਹੋਈ ਜਾਵਾਂਗੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸੁਖੀ ਹੋਣ ਵਾਸਤੇ ਤੁਸੀਂ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ, ਸਾਡੀ ਮੱਤ ਖਤਮ ਹੋਏਗੀ ਅਤੇ ਅਸੀਂ ਸੁਖੀ ਹੋ ਜਾਵਾਂਗੇ। ਹੌੜੇ ਆਪਦੀ ਮੱਤ ਨੂੰ ਛੱਡਣ ਵਾਸਤੇ ਹੀ ਆਪਾਂ ਇਹ ਜਿਹੜਾ ਸਿਮਰਨ ਕਰਦੇ, ਸਿਮਰਨ ਹੋਰ ਕਿਸੇ ਮਕਸਦ ਵਾਸਤੇ ਨਹੀਂ। ਸਿਮਰਨ ਕਰਨਾ ਸਿਆਣਪ ਛੱਡਣ ਵਾਸਤੇ, ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋਣ ਵਾਸਤੇ। ਹੁਣ ਸਾਨੂੰ ਕਿਵੇਂ ਪਤਾ ਲੱਗਦਾ ਵੀ ਅਸੀਂ ਸਿਆਣੇ ਹਾਂ? ਸਾਡੀ ਸਿਆਣਪ ਸਾਨੂੰ ਵਿਚਾਰਾਂ 'ਚ ਰੱਖਦੀ। ਜੇ ਸਾਡੇ ਅੰਦਰ ਵਿਚਾਰ ਚੱਲਦੇ, ਸਾਡੇ ਅੰਦਰ ਫੁਰਨੇ ਚੱਲਦੇ, ਸਮਝ ਲਓ ਅਸੀਂ ਸਿਆਣੇ। ਸਾਡੀ ਇਹ ਸਿਆਣਪ ਹੀ ਸਾਨੂੰ ਭਰਮ 'ਚ ਰੱਖਦੀ, ਵਿਚਾਰਾਂ 'ਚ, ਫੁਰਨਿਆਂ 'ਚ। ਜੇ ਹੁਣ ਅਸੀਂ ਆਪਦੀ ਸਿਆਣਪ ਛੱਡ ਦਾਂਗੇ ਤਾਂ ਸਾਡੇ ਵਿਚਾਰ ਰੁਕ ਜਾਣ, ਸਾਨੂੰ ਕੋਈ ਵਿਚਾਰ ਆਉਣਾ ਹੀ ਨਹੀਂ, ਸਾਨੂੰ ਕੋਈ ਫੁਰਨਾ ਆਉਣਾ ਹੀ ਨਹੀਂ। ਜਦੋਂ ਕੋਈ ਵਿਚਾਰ ਫੁਰਨਾ ਨਹੀਂ ਆਉਣਾ ਤਾਂ ਅਸੀਂ ਆਪਦੇ ਘਰ ਬੈਠ ਗਏ। ਅਤੇ ਇਹੋ ਮਹਾਰਾਜ ਸਾਨੂੰ ਕਹਿੰਦੇ ਵੀ ਜੇ ਤੁਸੀਂ ਆਪਦੇ ਘਰ ਬੈਠ ਜਾਓ, ਤੁਹਾਡੇ ਜਿਹੜੇ ਸਾਰੇ ਕਰਮ, ਤੁਹਾਡੇ ਕਾਰਜ ਮੈਂ ਆਪ ਹੀ ਕਰ ਦਾਂਗਾ। ਮਾਲਕ ਕਹਿੰਦੇ ਵੀ ਤੁਸੀਂ ਘਰ ਬੈਠ ਜਾਓ। ਹੁਣ ਸੰਸਾਰੀ ਕੋਈ ਵਿਰਲਾ ਹੀ ਐਸਾ ਮਾਂ ਪਿਓ ਹੁੰਦਾ ਜਿਹੜਾ ਆਖੇ ਆਪਦੇ ਬੱਚੇ ਨੂੰ ਵੀ ਤੂੰ ਘਰ ਬੈਠ ਜਾ, ਤੇਰੇ ਸਾਰੇ ਕੰਮ ਮੈਂ ਕਰੇ ਉਹਨੂੰ। ਔਰ ਉਹ ਆਪਣੇ ਮਾਤਾ ਪਿਤਾ ਵਾਹਿਗੁਰੂ, ਉਹ ਕਹਿੰਦੇ ਵੀ ਤੁਸੀਂ ਘਰ ਬੈਠੋ ਅਤੇ ਘਰ ਬੈਠ ਕੇ ਫਿਰ ਦੇਖੋ ਤੁਹਾਡੇ ਕਾਰਜ ਕਿਵੇਂ ਹੁੰਦੇ। ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਾਖੀ ਕਰਤਾਰੀ। ਬਈ ਤੁਹਾਡੀ ਮੈਂ ਪੈਜ ਵੀ ਰੱਖ ਲਾਂਗਾ, ਇਹਨਾਂ ਜਮਾਂ ਨੂੰ ਵੀ ਮਾਰ ਦਾਂਗਾ, ਤੁਹਾਡੀ ਪੱਤ ਵੀ ਰੱਖ ਲਾਂਗਾ, ਤੁਸੀਂ ਘਰ ਬੈਠ ਜਾਓ, ਤੁਹਾਡੇ ਕਾਰਜ ਵੀ ਕਰ ਦਾਂਗਾ। ਹੁਣ ਜਿਨ੍ਹਾਂ ਨੇ ਫਿਰ ਇਹ ਕਹਿਣਾ ਮੰਨ ਕੇ ਘਰ ਬੈਠ ਗਏ ਅਤੇ ਮਾਲਕ ਨੇ ਉਹਨਾਂ ਦੇ ਕਾਰਜ ਕੀਤੇ, ਜਿਵੇਂ ਭਗਤਾਂ ਦੇ
ਭਗਤ ਹੋਏ ਧੰਨਾ ਜੱਟ ਜੀ, ਰਾਜਸਥਾਨ ਦੇ ਰਹਿਣ ਵਾਲੇ ਸੀ। ਹੁਣ ਉਹਨਾਂ ਨੇ ਜਦੋਂ ਭਗਤੀ ਕੀਤੀ ਤੇ ਘਰ ਬੈਠ ਗਏ। ਜਦੋਂ ਘਰ ਬੈਠ ਗਏ ਤੇ ਮਾਲਕ ਨੂੰ ਕਹਿੰਦੇ ਵੀ ਕਰ ਕੰਮ ਹੁਣ, ਵੀ ਤੂੰ ਸਾਨੂੰ ਕਹਿੰਦਾ ਘਰ ਬੈਠ, ਅਸੀਂ ਘਰੇ ਬੈਠੇ ਹਾਂ ਤੇ ਹੁਣ ਕਰੀ ਕੰਮ। ਫਿਰ ਮਾਲਕ ਨੇ ਉਹਦੇ ਕੰਮ ਕੀਤੇ ਆਪ, ਤੇ ਫਿਰ ਉਹਨਾਂ ਨੇ ਜੋ ਜੋ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਸਾਰਾ ਕੁਛ ਮੰਗ ਲਿਆ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਲੋੜ ਹੈ ਵੀ ਸਾਨੂੰ ਦੇ। ਤੇ ਮਾਲਕ ਨੇ ਫਿਰ ਉਹਨਾਂ ਦੀਆਂ ਸਾਰੀਆਂ ਲੋੜਾਂ ਵੀ ਕੀਤੀਆਂ ਪੂਰੀਆਂ, ਨਾਲੇ ਕੰਮ ਵੀ ਕੀਤੇ ਤੇ ਨਾਲੇ ਸਾਰੀਆਂ ਲੋੜਾਂ ਵੀ ਪੂਰੀਆਂ ਕਰਤ। ਹੁਣ ਉਹਨਾਂ ਨੇ ਕੀ ਮੰਗਿਆ ਉਹ ਫਿਰ ਆਪਾਂ ਉਹਨਾਂ ਦੀ ਬਾਣੀ 'ਚ ਪੜ੍ਹਦੇ ਬਈ ਉਹਨਾਂ ਨੇ ਮੰਗ ਲਿਆ ਵੀ ਇੱਕ ਸਾਨੂੰ ਗਊ ਚਾਹੀਦੀ ਲਵੇਰੀ ਦੁੱਧ ਦੇਣ ਵਾਲੀ, ਫਿਰ ਇੱਕ ਘੋੜੀ ਚਾਹੀਦੀ ਵੀ ਜਿਹੜਾ ਕਿਤੇ ਜਾਣਾ ਆਉਣਾ ਹੁੰਦਾ। ਜਿਵੇਂ ਹੁਣ ਆਪਾਂ ਸਮਝ ਲਓ ਵੀ ਗੱਡੀਆਂ 'ਚ ਜਾਂਦੇ ਹਾਂ, ਉਦੋਂ ਘੋੜੀ 'ਤੇ ਜਾਂਦੇ ਸੀ। ਫਿਰ ਉਹਨਾਂ ਨੇ ਆਖਿਆ ਵੀ ਮੈਨੂੰ, ਕਿਉਂਕਿ ਉਹ ਖੇਤੀ ਮਾਲਕ ਨੂੰ ਲਾ ਦਿੱਤਾ ਕਰਨ, ਤੇ ਕਹਿੰਦੇ ਵੀ ਮੈਨੂੰ ਵਧੀਆ ਕਣਕ ਚਾਹੀਦੀ ਵੀ ਜਿਹਨੂੰ 7 ਸੀਆਂ ਲੱਗੀਆਂ ਹੋਣ, ਵੀ ਮੋਟਾ ਦਾਣਾ, ਮੋਟੀ ਕਣਕ ਹੋਵੇ। ਐਂ ਨਹੀਂ ਵੀ ਇੱਕ ਵਾਰ ਵਾਹ ਕੇ ਤੇ ਮੁੜ ਕੇ ਮੈਨੂੰ ਉਹ ਨਹੀਂ ਕਣਕ ਚਾਹੀਦੀ। ਤੇ ਉਹ ਮਾਲਕ ਨੂੰ ਕਰਨਾ ਪਿਆ। ਫਿਰ ਇੱਕ ਕਹਿੰਦੇ ਵੀ ਘਰ ਵਾਲੀ ਚਾਹੀਦੀ ਜਿਹੜੀ ਸਤੋ ਗੁਣੀ, ਗੁਰਮੁਖਾਂ ਨੇ ਆਉਣਾ ਹੁੰਦਾ ਹੈਗੇ ਤੇ ਸੇਵਾ ਕਰ। ਜਾਣੀ ਦੀ ਜੋ ਜੋ ਉਹਨਾਂ ਨੂੰ ਲੋੜ ਸੀ ਉਹਨਾਂ ਨੇ ਸਾਰਾ ਕੁਛ ਮੰਗ ਲਿਆ। ਤੇ ਫਿਰ ਦੱਸਣ ਲੱਗੇ ਵੀ ਜਿਹੜੇ ਤੇਰੀ ਭਗਤੀ ਕਰਦੇ ਵੀ ਤੂੰ ਉਹਨਾਂ ਦੇ ਕਾਰਜ ਆਪ ਹੀ ਸਵਾਰਤ। ਮਾਰੇ ਕਹਿੰਦੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਰਜ ਸਵਾਰਤਾ, ਵੀ ਤੂੰ ਉਹਨਾਂ ਦੇ ਕਾਰਜ ਸਵਾਰਦਾ। ਫਿਰ ਉਹਨਾਂ ਨੇ ਜੋ ਜੋ ਮੰਗਿਆ, ਦਾਲ ਸਿੱਧਾ ਮੰਗੂ ਘਿਓ, ਹਮਰੀ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸਾਧਨ ਨੀਕਾ, ਨਾਜ ਮੰਗੂ 7 ਸੀਕਾ, ਗਊ ਭੈਂਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੇ ਮੰਗੀ। ਬਈ ਉਹਨਾਂ ਨੇ ਫਿਰ ਇਹ ਸਾਰਾ ਕੁਛ ਮੰਗਿਆ, ਘਰ ਬੈਠ ਗਏ ਤੇ ਮੰਗ ਲਿਆ, ਤੇ ਮਾਲਕ ਨੇ ਸਾਰੀਆਂ ਫਿਰ ਉਹਨਾਂ ਦੀ ਜੋ ਵੀ ਸੀ ਉਹ ਸਾਰਾ ਕੁਛ ਉਹਨਾਂ ਨੂੰ ਦਿੱਤਾ। ਫਿਰ ਇਸੇ ਤਰ੍ਹਾਂ ਹੀ ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਠਹਿਰ ਕਰ ਬੈਠ ਜਾਓ ਤੇ ਤੁਹਾਡੇ ਕਾਰਜ ਸਾਰੇ ਮੈਂ ਆਪ ਕਰਦਾ। ਹੁਣ ਜੇ ਤਾਂ ਮਨ ਆਖੇ ਲਾ ਕੇ ਬੈਠ ਜਾਂਦਾ ਫਿਰ ਤਾਂ ਦੇਖਦਾ ਵੀ ਮਾਲਕ ਕਿਵੇਂ ਸਵਾਰਦਾ। ਹੁਣ ਇਹ ਘਰ ਬਹਿੰਦਾ ਨਹੀਂ। ਹੁਣ ਇਹ ਘਰ ਮਨ ਸਾਡਾ ਉਦੋਂ ਬਹਿੰਦਾ ਜਦੋਂ ਇਹਨੂੰ ਗਿਆਨ ਹੁੰਦਾ ਘਰ ਦਾ, ਜਦੋਂ ਇਹਨੂੰ ਘਰ ਦੀ ਸੋਝੀ ਹੁੰਦੀ। ਨਹੀਂ ਤੈਨੂੰ ਘਰ ਦਾ ਹੀ ਨਹੀਂ ਪਤਾ ਵੀ ਘਰ ਹੈ ਕਿੱਥੇ, ਕਿੱਥੇ ਬਹਿਣਾ। ਹੁਣ ਉਹਦਾ ਬੇਸ਼ੱਕ ਅਸੀਂ ਪੜ੍ਹੀ ਜਾਂਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏਗੋ ਫੇਰ। ਪੜ੍ਹ ਲਿਆ, ਪੜ੍ਹਨਾ ਇੱਕ ਵੱਖਰੀ ਗੱਲ। ਹੁਣ ਜੇ ਸਾਨੂੰ ਕੋਈ ਪੁੱਛੇ ਵੀ ਉਹ ਘਰ ਕਿੱਥੇ ਹੈ, ਵੀ ਜਿਹੜੇ ਘਰ 'ਚ ਬੈਠ ਕੇ ਸਤਿਗੁਰ ਸਾਡੇ ਕਾਰਜ ਸਵਾਰਤ, ਉਹ ਘਰ ਦਾ ਸਾਨੂੰ ਗਿਆਨ ਨਹੀਂ ਵੀ ਉਹ ਘਰ ਹੈ ਕਿੱਥੇ, ਘਰ ਨੂੰ ਕਿਹੜਾ ਦਰਵਾਜ਼ਾ ਲੱਗਿਆ, ਕਿਹੜਾ ਜਿੰਦਰਾ ਲੱਗਿਆ, ਕਿਵੇਂ ਅਸੀਂ ਘਰ ਦੇ ਵਿੱਚ ਬੈਠੋ। ਔਰ ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਸਾਨੂੰ ਗਿਆਨ, ਸਾਨੂੰ ਸੋਝੀ ਹੋਣੀ ਚਾਹੀਦੀ। ਅਤੇ ਉਹ ਸੋਝੀ ਸਾਨੂੰ ਫੇਰ ਆਉਣੀ ਜਦੋਂ ਅਸੀਂ ਸਤਸੰਗਤ ਕਰਾਂਗੇ। ਜਦੋਂ ਹੁਣ ਮਾਲਕ ਦੀ ਆਪਣੇ 'ਤੇ ਨਜ਼ਰ ਹੁੰਦੀ ਫਿਰ ਉਹ ਸਾਨੂੰ ਸਤਸੰਗਤ 'ਚ ਲੈ ਕੇ ਆਉਂਦਾ। ਜਦੋਂ ਅਸੀਂ ਸਤਸੰਗਤ 'ਚ ਆਉਂਦੇ ਹਾਂ ਫਿਰ ਸਾਡੇ ਮਨ ਦਾ ਵਾਸਾ ਨਿਜ ਘਰ ਥਿਰ ਘਰ ਦੇ ਵਿੱਚ ਹੁੰਦਾ। ਮਾਰੇ ਫਰਮਾਉਂਦੇ ਨਦਰ ਪ੍ਰਭੂ ਸਤ ਸੰਗਤ ਪਾਈ, ਨਿਜ ਘਰ ਹੋਆ ਵਾਸਾ। ਨਿਜ ਘਰ ਕਹਿੰਦੇ ਵੀ ਜਿੱਥੇ ਕੋਈ ਵਿਚਾਰ ਨਹੀਂ। ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋਏ ਬੈਠੇ ਹਾਂ ਸਮਝ ਲਓ ਅਸੀਂ ਨਿਜ ਘਰ ਬੈਠੇ। ਜਿੱਥੇ ਵਿਚਾਰ ਚੱਲਦੇ, ਫੁਰਨੇ ਚੱਲਦੇ, ਉਹ ਬੇਗਾਨਾ ਘਰ, ਉਹ ਮਾਇਆ ਦਾ ਘਰ, ਅਸੀਂ ਦੂਜੇ ਘਰ ਆ ਕੇ। ਹੁਣ ਇੱਧਰ ਦੂਜੇ ਘਰ ਆ ਕੇ ਅਸੀਂ ਸੌਂ ਜਾਂਦੇ ਹਾਂ। ਸੌਂਨੇ ਕਿਵੇਂ? ਇਹਨਾਂ ਵਿਚਾਰਾਂ 'ਚ, ਫੁਰਨਿਆਂ ਦੇ ਵਿੱਚ, ਅਸੀਂ ਭਰਮ ਦੇ ਵਿੱਚ ਸੌਂ ਜਾਂਦੇ। ਉੱਦਾਂ ਆਪਣਾ ਮਨ ਕੋਈ ਸੌਣ ਵਾਲੀ ਚੀਜ਼ ਨਹੀਂ, ਇਹ ਪ੍ਰਕਾਸ਼ ਰੂਪ ਜੋਤ ਸਰੂਪ ਹੈ। ਆਪਾਂ ਸੌਂਦੇ ਨਹੀਂ। ਸੋਤਾ ਇਹਨੂੰ ਉਦੋਂ ਕਹਿੰਦੇ ਜਦੋਂ ਵਿਚਾਰਾਂ 'ਚ ਚਲਾ ਜਾਂਦਾ, ਵੀ ਭਰਮ 'ਚ ਸੌਂ ਗਿਆ, ਜਾ ਕੇ ਫੁਰਨਿਆਂ 'ਚ ਸੌਂ ਗਿਆ। ਹੁਣ ਕਿਵੇਂ ਸੌਂਦੇ? ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਸਰੀਰ ਕਰਕੇ, ਵੀ ਆਪਾਂ ਸੰਗਤ 'ਚ ਆਏ ਹਾਂ,
ਹੁਣ ਆਪਾਂ ਜੇ ਇੱਥੇ ਬੈਠੇ ਹੀ ਧਿਆਨ ਸਾਡਾ ਘਰੇ ਚਲਿਆ ਜਾਵੇ ਵੀ ਘਰੇ ਸਾਡਾ ਆਹ ਕੰਮ ਕਰਨ ਵਾਲਾ ਜੀ ਜਾ ਕੇ ਆਹ ਕਰਨ ਇਹਦੇ ਵਿਚਾਰ ਨੂੰ, ਕਿਉਂਕਿ ਜਦੋਂ ਹੁਣ ਆਪਾਂ ਇੱਥੋਂ ਚੱਲੇ ਗਏ ਕੰਮ ਤਾਂ ਹੋਣਾ ਨਹੀਂ। ਹੁਣ ਜੇ ਕਹਿੰਦੇ ਵੀ ਘਰੇ ਜਾ ਕੇ ਆਹ ਕੰਮ ਕਰਨਾ ਜੀ, ਹੁਣ ਇੱਥੇ ਬੈਠਣ ਦੇ ਨਾਲ ਜਾਂ ਸੋਚਣ ਦੇ ਨਾਲ ਥੋੜ੍ਹੀ ਹੋ ਜਾਣ। ਉਹ ਤਾਂ ਜਦੋਂ ਆਪਾਂ ਇੱਥੋਂ ਜਾਵਾਂਗੇ ਫਿਰ ਜਾ ਕੇ ਕਰ ਲਵਾਂਗੇ, ਜਦੋਂ ਉੱਥੇ ਹੋਵਾਂਗੇ ਜਾ ਕੇ ਕਰ ਲਾਂਗੇ। ਹੁਣ ਇਹਨੂੰ ਕਹਿੰਦੇ ਵੀ ਇੱਦਾਂ ਵਿਚਾਰਾਂ 'ਚ ਸੁੱਤਾ ਪਿਆ ਮਨ, ਬਈ ਅਸੀਂ ਇੱਥੇ ਬੈਠੇ ਹਾਂ, ਮਨ ਬਾਹਰ ਚਲਾ ਗਿਆ ਅਤੇ ਜਾ ਕੇ ਸੌਂ ਗਿਆ ਵਿਚਾਰਾਂ 'ਚ। ਇੱਦਾਂ ਫਿਰ ਸੰਸਾਰ ਦੇ ਵਿੱਚ, ਸੰਸਾਰ ਤ੍ਰੈ ਗੁਣਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਸੁੱਤੇ ਪਏ ਸਾਡੇ ਮਨ। ਮਹਾਰਾਜ ਇਸ ਵਰਥਾਏ ਫਰਮਾਉਂਦੇ, ਤਿਹੀਂ ਗੁਣੀ ਸੰਸਾਰ ਭਰਮ ਸੁਤਾ, ਸੁਤਿਆਂ ਰਹਿਣ ਵਿਹਾਣੀ। ਬਈ ਇਹਨਾਂ ਤਿੰਨਾਂ ਗੁਣਾਂ 'ਚ, ਵਿਚਾਰਾਂ ਦੇ ਵਿੱਚ ਸਾਡਾ ਮਨ ਸੁੱਤਾ ਹੋਇਆ। ਜਦੋਂ ਹੁਣ ਅਸੀਂ ਵਿਚਾਰਾਂ ਤੋਂ ਰਹਿਤ ਹੋ ਜਾਵਾਂਗੇ ਅਤੇ ਅਸੀਂ ਜਾਗ ਪਾਂਗੇ। ਜੇ ਸਾਡਾ ਮਨ ਵਿਚਾਰਾਂ 'ਚ ਅਤੇ ਓਨਾ ਹੀ ਅਸੀਂ ਸੁੱਤੇ ਹੋਏ ਹਾਂ। ਜਿਵੇਂ ਕਿਸੇ ਦੇ ਵਿਚਾਰ ਬਾਹਲੇ ਨੇ, ਉਹ ਜ਼ਿਆਦਾ ਗਹਿਰਾਈ 'ਚ ਸੁੱਤਾ ਹੋਇਆ। ਕਿਸੇ ਦੇ ਵਿਚਾਰ ਥੋੜ੍ਹੇ ਨੇ, ਉਹ ਥੋੜ੍ਹਾ ਜਿਹਾ ਫਿਰ ਘੱਟ ਨੀਂਦਰਾ ਤੋਂ ਜਿਵੇਂ ਬਾਹਰ ਆ ਗਿਆ। ਉਹ ਹੌਲੀ ਹੌਲੀ ਜਿਉਂ-ਜਿਉਂ ਅਸੀਂ ਸਿਮਰਨ ਕਰਦੇ, ਸਾਡੇ ਵਿਚਾਰ ਘਟਦੇ ਜਾਂਦੇ, ਤਿਉਂ-ਤਿਉਂ ਅਸੀਂ ਜਾਗਦੇ ਜਾਂਦੇ। ਜਿਵੇਂ ਜਦੋਂ ਬਹੁਤੇ ਵਿਚਾਰ ਹੁੰਦੇ, ਬਹੁਤੀ ਗਹਿਰਾਈ 'ਚ ਸੁੱਤਾ ਭਰਮ ਦੇ ਵਿੱਚ, ਜਿਉਂ-ਜਿਉਂ ਸਿਮਰਨ ਕਰਾਂਗੇ ਵਿਚਾਰ ਘਟਣੇ ਸ਼ੁਰੂ ਹੋ ਜਾਣਗੇ, ਤਿਉਂ-ਤਿਉਂ ਅਸੀਂ ਜਾਗਤ ਅਵਸਥਾ 'ਚ ਆਈ ਜਾਵਾਂਗੇ। ਜਦੋਂ ਸਾਡੇ ਬਿਲਕੁਲ ਵਿਚਾਰ ਰੁਕ ਗਏ ਅਤੇ ਅਸੀਂ ਪੂਰੇ ਜਾਗ ਪੈਣਾ, ਫਿਰ ਸਾਡਾ ਮਨ ਪੂਰਨ ਤੌਰ 'ਤੇ ਜਾਗ ਪੈਂਦਾ। ਜੇ ਹੁਣ ਵਿਚਾਰ ਨੇ, ਵਿਚਾਰਾਂ 'ਚ ਹੀ ਸੁੱਤਾ ਹੋਇਆ ਭਰਮ ਦੇ ਵਿੱਚ। ਇਹ ਆਪਾਂ ਸਤਿਗੁਰਾਂ ਤੋਂ ਪੁੱਛਦੇ ਵੀ ਕਿੰਨੇ ਕੁ ਸੁੱਤੇ। ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਸੁੱਤਾ ਪਿਆ। ਬਈ ਕੋਈ ਵਿਰਲੇ ਵਿਰਲੇ ਗੁਰਮੁਖ ਕਰੋੜਾਂ ਦੇ ਵਿੱਚੋਂ ਕੋਈ ਜਾਗਦਾ, ਨਹੀਂ ਤਾਂ ਬਾਕੀ ਸਾਰੇ ਸੁੱਤੇ ਪਏ ਨੇ। ਮਹਾਰਾਜ ਫਰਮਾਉਂਦੇ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਣ ਜੋ ਰਸਨਾ ਨਾਮ ਉਚਾਰਨੇ। ਮਹਾਰਾਜ ਕਹਿੰਦੇ ਅਸੰਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਮਨ ਨੇ ਉਹ ਸੁੱਤੇ ਪਏ। ਬਈ ਕੋਈ ਵਿਰਲੇ ਵਿਰਲੇ ਗੁਰਮੁਖ ਜਿਹੜੇ ਰਸਨਾ ਦੁਆਰਾ ਮਾਲਕ ਦਾ ਸਿਮਰਨ ਕਰਦੇ, ਗੁਰੂ ਦੀ ਮੱਤ ਲੈਂਦੇ, ਨਾਲ ਗਿਆਨ ਦੀ ਮੱਤ ਦੇ ਕੇ ਮਨ ਨੂੰ ਫਿਰ ਇਹ ਜਾਗਤ ਅਵਸਥਾ 'ਚ ਮਨ ਆਉਂਦਾ ਅਤੇ ਉਹ ਗੁਰਮੁਖ ਜਾਗਦੇ। ਬਾਕੀ ਮਹਾਰਾਜ ਕਹਿੰਦੇ ਵੀ ਸਾਰੇ ਹੀ ਸੁੱਤੇ ਪਏ। ਇੱਕ ਅੱਧਾ ਵਿਰਲਾ ਹੀ ਜਾਗਦਾ। ਸਤਿਗੁਰੂ ਕਹਿੰਦੇ ਦੋ ਚਾਰਾਂ ਦੀ ਕੀ ਗੱਲ ਕਰੀਏ, ਇਹ ਤਾਂ ਸਾਰੇ ਹੀ ਸੁੱਤੇ ਪਏ। ਏਕਸ ਦੋ ਚੌ ਕਿਆ ਗਣੀ, ਸਭ ਏਕੇ ਸਾਧ ਮੁੱਠੀ, ਏਕ ਆਦ ਨਾਈ ਰਸੜਾ ਕਾ ਵਿਰਲਾ ਜਾਈ ਬੂਠੀ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਈ ਜਿਹਨੂੰ ਮੈਂ ਦੇਖਦਾ ਵੀ ਮੈਂ ਦੋ ਚਾਰਾਂ ਦੀ ਕੀ ਗੱਲ ਕਰਾਂ, ਮੇਰੇ ਸਾਰੇ ਹੀ ਸੁੱਤੇ ਪਏ। ਸਭ ਹੀ ਮਾਇਆ ਦੇ ਵਿੱਚ, ਵਿਚਾਰਾਂ ਦੇ ਵਿੱਚ ਸੁੱਤੇ ਨੇ। ਬਈ ਕੋਈ ਇੱਕ ਅੱਧਾ ਗੁਰਮੁਖ ਵਿਰਲਾ ਜਿਹੜਾ ਜਾਗਦਾ। ਸੋ ਇਸ ਲਈ ਮਹਾਰਾਜ ਕਹਿੰਦੇ ਵੀ ਇਹ ਮਾਇਆ ਦੇ ਵਿੱਚ ਦਿਨ ਰਾਤ ਫਿਰ ਮਨ ਸੁੱਤਾ ਵਿਚਾਰਾਂ 'ਚ। ਬਈ ਕੋਈ ਕਰੋੜਾਂ ਦੇ ਵਿੱਚੋਂ ਵਿਰਲਾ ਜਿਹੜਾ ਗੁਰਮੁਖ ਜਾਗਦਾ ਹੈ। ਮਹਾਰਾਜ ਕਹਿੰਦੇ ਨਿਸ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ, ਕੋਟਨ ਮੇ ਨਾਨਕ ਕੋ ਨਾਰਾਇਣ ਜਿਹ ਜੀਤ। ਬਈ ਕਰੋੜਾਂ ਦੇ ਵਿੱਚੋਂ ਮਹਾਰਾਜ ਤਾਂ ਕਹਿੰਦੇ ਵੀ ਜਿਹੜੇ ਮਾਲਕ ਨੂੰ ਚੇਤੇ ਕਰਦੇ, ਜਿਨ੍ਹਾਂ ਦੇ ਹਿਰਦੇ 'ਚ ਵਸੇ ਹੈ, ਬਈ ਉਹੀਓ ਮਨ ਜਾਗਦਾ। ਬਾਕੀ ਤਾਂ ਕਹਿੰਦੇ ਸੁੱਤੇ ਹੀ ਪਏ ਮਾਇਆ ਦੇ ਵਿੱਚ, ਭਰਮ ਦੇ ਵਿੱਚ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਸੁੱਤੇ ਨਾ ਰਹੋ, ਜਾਗੋ। ਇਹ ਜਾਗਣ ਵਾਸਤੇ ਕਹਿੰਦੇ ਸਿਮਰਨ ਕਰੋ। ਜਦੋਂ ਹੁਣ ਆਪਾਂ ਇਹ ਸਿਮਰਨ ਕਰਾਂਗੇ, ਸਾਡਾ ਮਨ ਹੈ ਜਿਹੜਾ ਇਹ ਜਾਗਤ ਅਵਸਥਾ ਦੇ ਵਿੱਚ ਆਏਗਾ। ਮਹਾਰਾਜ ਫਰਮਾਉਂਦੇ, ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਹੁਣ ਕਿਵੇਂ ਅਸੀਂ ਸੁੱਤੇ ਮਨ ਨੂੰ ਜਗਾਉਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿ
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਇਹ ਸਿਮਰਨ ਕਰਾਂਗੇ ਇਹਦੇ ਨਾਲ ਆਪਣਾ ਮਨ ਹੈ ਜਿਹੜਾ ਇਹ ਜਾਗਤ ਅਵਸਥਾ 'ਚ ਹੁੰਦਾ। ਜਿਉਂ ਸਾਡਾ ਮਨ ਜਾਗੇਗਾ ਤਿਉਂ ਤਿਉਂ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਏਗੀ।
ਉਦੋਂ ਸਾਡੇ ਮਨ ਨੂੰ ਹੋਸ਼ ਆਏਗੀ। ਅਤੇ ਜਦੋਂ ਫਿਰ ਇਹ ਜਾਗੇਗਾ, ਜਿਹੜਾ ਮਨ ਜਾਗਿਆ ਉਹ ਕਿਸੇ ਨਾਲ ਦੁਵਿਧਾ ਨਹੀਂ ਕਰਦਾ, ਉਹ ਕਿਸੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਨਹੀਂ ਕਰਦਾ। ਜਿਹੜਾ ਮਨ ਜਾਗਿਆ ਉਹ ਫਿੱਕੇ ਬੋਲ ਨਹੀਂ ਬੋਲਦਾ, ਉਹਦੇ ਮੁਖ ਦੇ ਵਿੱਚੋਂ ਦੁਰਮਤ ਦੀ ਅਗਨ ਨਹੀਂ ਨਿਕਲਦੀ। ਜਿਹੜਾ ਮਨ ਜਾਗਿਆ ਉਹ ਫਿਰ ਸਭ ਦਾ ਸਤਿਕਾਰ ਕਰਦਾ ਅਤੇ ਮਾਲਕ ਦਾ ਰੂਪ ਜਾਣ ਕੇ ਸਭ ਨੂੰ ਨਮਸਕਾਰ ਕਰਦਾ, ਉਹਦਾ ਸੀਸ ਝੁਕਦਾ। ਮਹਾਰਾਜ ਜੀ ਫਿਰ ਆਪਾਂ ਨੂੰ ਜਾਗੇ ਹੋਏ ਮਨ ਦੀ ਨਿਸ਼ਾਨੀ ਦੱਸਦੇ, ਉਰ ਧਾਰੀ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ, ਨੈਮਖ ਨੈਮਖ ਠਾਕਰ ਨਮਸਕਾਰੀ, ਨਾਨਕੋ ਅਪਰ ਸਗਲ ਨਿਸਤਾਰੀ। ਵੀ ਜਿਹੜੇ ਅੰਦਰ ਨਾਮ ਨੂੰ ਧਾਰਨ ਕਰ ਲੈਂਦੇ, ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ, ਉਹ ਫਿਰ ਸਭ ਦੇ ਵਿੱਚ ਹੀ ਮਾਲਕ ਨੂੰ ਦੇਖਦੇ। ਸੋ ਇਸ ਲਈ ਹੁਣ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਹ ਨਾਮ ਨੂੰ ਬੁੱਝਣਾ ਅਤੇ ਨਾਮ ਨੂੰ ਹਿਰਦੇ 'ਚ ਵਸਾਉਣਾ। ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ ਹੈ ਉਹ ਤਾਂ ਨਾਮ ਨੂੰ ਜਾਣਦਾ ਹੀ ਨਹੀਂ, ਨਾ ਨਾਮ ਨੂੰ ਜਾਣਨ ਕਰਕੇ ਉਹਦੀ ਪੱਤ ਨਹੀਂ ਰਹਿੰਦੀ, ਉਹਦੀ ਇੱਜ਼ਤ ਨਹੀਂ ਰਹਿੰਦੀ। ਜਦ ਉਹਨੂੰ ਫਿਰ ਨੰਗਾ ਕਰਕੇ ਲੈ ਕੇ ਜਾਂਦੇ, ਕੁੱਟਦੇ, ਮਾਰਦੇ। ਇਹ ਨਾਮ ਦਾ ਭੇਦ ਹੋਣ ਕਰਕੇ ਉਹਨੂੰ ਸ਼ਬਦ ਦਾ ਕਦੇ ਸਵਾਦ ਨਹੀਂ ਆਉਂਦਾ, ਤਾਂਹੀਓ ਦੂਜੇ ਨਾਲ ਜੁੜਿਆ ਮਾਇਆ ਦੇ ਨਾਲ, ਮਾਇਆ ਨੂੰ ਮਿੱਠੀ ਕਰਕੇ ਖਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਮਨਮੁਖ ਨਾਮ ਨ ਜਾਣਨੀ, ਬੈਨ ਨਾਵੇ ਪਤ ਜਾਈ, ਸ਼ਬਦੇ ਸਾਧ ਨਾ ਆਇਓ, ਲਾਗੇ ਦੂਜੇ ਭਾਈ। ਵੀ ਮਨਮੁਖ ਨੂੰ ਕਦੇ ਨਾਮ ਦਾ ਭੇਤ ਨਹੀਂ, ਕਿਉਂਕਿ ਉਹ ਨਾਮ ਨੂੰ ਨਹੀਂ ਜਾਣਦਾ। ਇਸ ਕਰਕੇ ਨਾਮ ਨੂੰ ਨਾ ਬੁੱਝਣ ਕਰਕੇ ਉਹਦੀ ਪੱਤ ਨਹੀਂ ਰਹਿੰਦੀ, ਉਹਦੀ ਕੋਈ ਇੱਜ਼ਤ ਨਹੀਂ, ਉਹ ਬੇਇੱਜ਼ਤ ਹੈ। ਜਿਵੇਂ ਸੰਸਾਰ 'ਚ ਆਪਾਂ ਕਹਿੰਦੇ ਹਾਂ ਨਾ ਵੀ ਜਿਹਦੇ ਕੋਲ ਨਾਮ ਨਹੀਂ ਜੀ, ਵੀ ਇਹਦੀ ਕੋਈ ਇੱਜ਼ਤ ਨਹੀਂ ਹੈ ਜਾਂ ਇਹਦੀ ਕੋਈ ਪੱਤ ਨਹੀਂ ਹੈ। ਵੀ ਜੇ ਸਾਨੂੰ ਸੰਸਾਰ 'ਚ ਕਿਸੇ ਤੋਂ ਮੰਗਣਾ ਪੈਂਦਾ ਵੀ ਸਾਡੀ ਇੱਜ਼ਤ ਨਹੀਂ ਰਹਿੰਦੀ। ਹੁਣ ਇਸੇ ਤਰ੍ਹਾਂ ਹੀ ਪਰਲੋਕ ਦੇ ਵਿੱਚ ਜੇ ਸਾਡੇ ਵੱਲੇ ਨਾਮ ਨਹੀਂ ਅਤੇ ਸਾਡੀ ਕੋਈ ਇੱਜ਼ਤ ਨਹੀਂ, ਸਾਨੂੰ ਬੇਇੱਜ਼ਤ ਕਰਨਗੇ, ਬੇਪੱਤ ਕਰਨਗੇ। ਸੋ ਇਸ ਲਈ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹਨਾਂ ਦੇ ਨੱਕ ਵੱਢੇ ਹੋਏ ਨੇ, ਵੀ ਉਹਨਾਂ ਦੀ ਕੋਈ ਇੱਜ਼ਤ ਨਹੀਂ ਹੈ। ਜਿਵੇਂ ਸੰਸਾਰ 'ਚ ਕਹਿੰਦਾ ਨਾ ਜੀ ਮੇਰੀ ਤਾਂ ਨੱਕ ਵੱਢੀ ਗਈ, ਮੇਰੀ ਤਾਂ ਇੱਜ਼ਤ ਹੀ ਨਹੀਂ ਰਹੀ ਜੀ ਕੋਈ। ਹੁਣ ਮਹਾਰਾਜ ਕਹਿੰਦੇ ਕਿਹਨਾਂ ਦੇ ਨੱਕ ਵੱਢੇ, ਕਿਹੜੇ ਬੇਇੱਜ਼ਤੇ ਨੇ, ਜਿਨ੍ਹਾਂ ਦੇ ਪੱਲੇ ਨਾਮ ਨਹੀਂ ਹੈ। ਨਾਮਹੀਣ ਫਿਰੇ ਸੇ ਨਕਟੇ, ਤੈਨ ਘਸ ਘਸ ਨੱਕ ਵਢਾਏ। ਵੀ ਜਿਹੜੇ ਨਾਮ ਤੋਂ ਹੀਣੇ ਉਹ ਨਕਟੇ, ਉਹਨਾਂ ਦੇ ਨੱਕ ਵੱਢੇ ਹੋਏ, ਉਹ ਬੇਇੱਜ਼ਤੇ ਨੇ, ਉਹਨਾਂ ਦੀ ਕੋਈ ਇੱਜ਼ਤ ਨਹੀਂ। ਸੋ ਇਸ ਵਾਸਤੇ ਇੱਜ਼ਤ ਪੱਤ ਉਹਨਾਂ ਦੀ ਹੈ, ਗੁਰਮੁਖਾਂ ਦੀ, ਜਿਨ੍ਹਾਂ ਦੇ ਪੱਲੇ ਨਾਮ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨਾਮ ਦੀ ਕਮਾਈ ਕਰੋ, ਵੀ ਵੱਧ ਤੋਂ ਵੱਧ ਸਿਮਰਨ ਕਰੋ, ਸਿਮਰਨ ਕਰਕੇ ਨਾਮ ਤੱਕ ਪਹੁੰਚੋ, ਨਾਮ ਨੂੰ ਬੁੱਝੋ, ਨਾਮ ਦੇ ਨਾਲ ਜੁੜੋ, ਗੁਰਬਾਣੀ ਗੁਰੂ ਨੂੰ ਪੜ੍ਹੋ, ਪੜ੍ਹ ਕੇ ਵਿਚਾਰੋ, ਖੋਜੋ, ਕਿਉਂਕਿ ਸਾਰਾ ਸਾਨੂੰ ਨਾਮ ਦਾ ਭੇਦ ਦੇ ਰਹੇ। ਅਤੇ ਵੱਧ ਤੋਂ ਵੱਧ ਸਤ ਸੰਗਤ ਕਰੋ, ਸੰਗਤ ਕਰਕੇ ਸਾਨੂੰ ਇਹ ਸਾਰੀ ਸੋਝੀ ਆਉਂਦੀ, ਸਾਰਾ ਭੇਤ ਆਉਂਦਾ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ, ਬੜਾ ਆਪਾਂ ਨੂੰ ਸੌਖਾ ਕਰਕੇ ਗੁਰਮੁਖਾਂ ਨੇ ਸਮਝਾਇਆ ਬਈ, ਤਾਂ ਕਿ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ ਵਾਪਸ ਜਾਈਏ ਅਤੇ ਖੇਲ ਨੂੰ ਜਿੱਤ ਕੇ ਜਾਈਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ